ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰਤ ਸੱਜਣਾਂ ਨੂੰ ਜੋ ਇਸ ਵਕਤ ਜੁੜੇ ਨੇ ਟਿਵਾਣਾ ਰੇਡੀਓ ਦੀਆਂ ਤਰੰਗਾਂ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਰੇਡੀਓ ਦੇ ਪ੍ਰੋਗਰਾਮ ਭਾਰਤੀ ਸਮਾਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਲਾਈਵ ਪ੍ਰੋਗਰਾਮ ਹੁੰਦਾ ਪਟਿਆਲਾ ਸਟੂਡੀਓ 'ਚੋਂ, ਅਤੇ ਸ਼ਾਮ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ ਲਾਈਵ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ। ਅਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਮੂਲੀਅਤ ਕਰ ਸਕਦੇ ਹੋ, ਲਾਈਵ ਕਾਲ ਕਰ ਸਕਦੇ ਹੋ। ਉਸ ਦੇ ਵਾਸਤੇ ਇੰਡੀਆ ਸਟੂਡੀਓ ਦਾ ਨੰਬਰ ਹੈ 9876309655 9876309655 'ਤੇ ਕਾਲ ਕਰਕੇ ਤੁਸੀਂ ਵੀ ਆਪਣੇ ਜਜ਼ਬਾਤ, ਖਿਆਲਾਤ ਪੂਰੀ ਦੁਨੀਆ ਤੱਕ ਪਹੁੰਚਾ ਸਕਦੇ ਹੋ। ਜਿੱਥੇ ਜਿੱਥੇ ਵੀ ਟਿਵਾਣਾ ਰੇਡੀਓ ਦੇ ਸਰੋਤੇ ਇਸ ਪ੍ਰੋਗਰਾਮ ਨੂੰ ਸੁਣਦੇ ਨੇ ਉਹਨਾਂ ਦੇ ਨਾਲ ਤੁਸੀਂ ਵੀ ਆਪਣੀ ਸਾਂਝ ਬਣਾ ਸਕਦੇ ਹੋ। ਅਤੇ ਅਮਰੀਕਾ ਦੇ ਵਿੱਚ ਇਸ ਪ੍ਰੋਗਰਾਮ ਨੂੰ ਸੁਣਨ ਦੇ ਵਾਸਤੇ ਤੁਸੀਂ ਜਿਹੜਾ ਆਪਣਾ ਟਿਵਾਣਾ ਰੇਡੀਓ ਦਾ ਕਾਲ ਟੂ ਲਿਸਨ ਨੰਬਰ ਹੈ ਉਹ ਹੈ 667-930-9260, ਜਾਣੀ ਕਿ 667-930-9260 'ਤੇ ਡਾਇਲ ਕਰਕੇ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਸਕਦੇ ਹੋ। ਜਾਂ ਟਿਵਾਣਾ ਰੇਡੀਓ ਦੀ ਜਿਹੜੀ ਵੈਬਸਾਈਟ ਆਪਣੀ tivanaradio.com ਵੈਬਸਾਈਟ 'ਤੇ ਜਾ ਕੇ ਵੀ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ। ਅਤੇ ਇਸ ਦੇ ਨਾਲ ਨਾਲ ਆਪਣੀ ਟਿਵਾਣਾ ਰੇਡੀਓ ਦੀ ਵੈਬਸਾਈਟ 'ਤੇ ਤੁਹਾਨੂੰ ਆਈਫੋਨ ਅਤੇ ਐਂਡਰਾਇਡ ਐਪਸ ਮਿਲਣਗੀਆਂ, ਜ਼ਰੂਰ ਇੰਸਟਾਲ ਕਰੋ। ਅਤੇ ਟਿਵਾਣਾ ਰੇਡੀਓ ਦਾ YouTube ਪੇਜ ਹੈ ਜਿੱਥੇ ਤੁਸੀਂ ਪੁਰਾਣੇ ਪ੍ਰੋਗਰਾਮ ਵੀ ਸੁਣ ਸਕਦੇ ਹੋ। ਉਸ ਪੇਜ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅੱਗੇ ਦੋਸਤਾਂ ਮਿੱਤਰਾਂ ਨੂੰ ਸਾਡੇ ਲਿੰਕ। ਅਤੇ ਨਾਲ ਇਸੇ ਟਿਵਾਣਾ ਰੇਡੀਓ ਦੇ YouTube ਪੇਜ ਤੋਂ ਆਪਾਂ ਲਾਈਵ ਪ੍ਰੋਗਰਾਮ ਵੀ ਪੇਸ਼ ਕਰਦੇ ਹਾਂ ਜਦੋਂ ਸਵੇਰੇ ਅਤੇ ਸ਼ਾਮ ਨੂੰ ਲਾਈਵ ਹੁੰਦਾ। ਸੋਮਵਾਰ ਤੋਂ ਸ਼ਨੀਵਾਰ ਹਫ਼ਤੇ ਦੇ ਵਿੱਚ 6 ਦਿਨ, ਸਵੇਰੇ 6:30 ਤੋਂ 8:30 ਅਤੇ ਸ਼ਾਮ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ ਭਾਰਤੀ ਸਮਾਂ। ਅਤੇ ਇਹ ਪ੍ਰੋਗਰਾਮ ਟਿਵਾਣਾ ਰੇਡੀਓ ਦੇ YouTube ਪੇਜ ਦੇ ਨਾਲ ਮੇਰੇ ਆਪਣੇ ਪਰਮਿੰਦਰ ਸਿੰਘ ਟਿਵਾਣਾ ਦਾ ਜਿਹੜਾ ਫੇਸਬੁੱਕ ਪੇਜ ਹੈ ਉਸ 'ਤੇ ਵੀ ਇਹ ਪ੍ਰੋਗਰਾਮ ਲਾਈਵ ਹੁੰਦਾ ਹੈ। ਇਹ ਰਾਜਨੀਤਿਕ ਵਿਸ਼ਲੇਸ਼ਣ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਵੀ ਆਪਣੇ ਨਾਲ ਜੁੜਦੇ ਨੇ ਜਿਨ੍ਹਾਂ ਦੀ ਗੱਲਬਾਤ ਨੂੰ ਤੁਸੀਂ ਬਹੁਤ ਪਸੰਦ ਕਰਦੇ ਹੋ। ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ, ਸਿਨਫਾਂ, ਭਾਂਤਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਜਿਹੜੀ ਕਹਾਣੀ ਹੈ ਉਹ ਵੀ ਬੜੀ ਬਾਕਮਾਲ ਹੈ। ਹਰ ਬੰਦੇ ਦੀ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਵਾਪਰੀ ਘਟਨਾ ਕਹਾਣੀ ਬਣ ਜਾਂਦੀ ਹੈ। ਸੱਚ ਦੇ ਇਹ ਬਹੁਤ ਨਜ਼ਦੀਕ ਹੁੰਦੀਆਂ ਨੇ, ਪਰ ਕਈ ਵਾਰੀ ਪਾਤਰ ਸਿਰਜੇ ਜਾਂਦੇ ਨੇ। ਅੱਗੇ ਜੱਗ ਬੀਤੀਆਂ ਹੱਡ ਬੀਤੀਆਂ ਸੁਣਾਉਂਦੇ ਸੀ, ਅਤੇ ਕਹਾਣੀ ਬੰਦੇ ਨੂੰ ਜਿਹੜਾ ਹੈਗਾ ਕਿਤੇ ਦੀ ਕਿਤੇ ਲੈ ਜਾਂਦੀ ਹੈ। ਕਲਪਨਾ ਇਸ ਦੇ ਵਿੱਚ ਭਾਵੇਂ ਕਈ ਵਾਰ ਕਹਾਣੀਕਾਰ ਕਰਦਾ ਹੈ, ਪਰ ਉਹ ਇੱਕ ਸਾਨੂੰ ਵਿਸਮਾਦ ਦਿੰਦੀ ਹੈ, ਇੱਕ ਲੌਕਿਕ ਨਜ਼ਾਰਾ ਵੀ ਪੇਸ਼ ਕਰਦੀ ਹੈ। ਅਤੇ ਅਸ਼ੋਪਲੇ ਜੇ ਸਾਨੂੰ ਇੱਕ ਸਿੱਖਿਆ ਵੀ ਹੈ ਜਿਹੜੀ ਉਹ ਦੇ ਦਿੰਦੀ ਹੈ, ਤਾਕੀਦ ਕਰਦੀ ਹੈ, ਅੱਛੇ ਬੁਰੇ ਦੀ ਨਿਰਖ ਕਰਨ ਦੀ ਜਿਹੜੀ ਜਾਂਚ ਪਰਖ ਹੈ ਉਹ ਸਾਨੂੰ ਬਖਸ਼ਦੀ ਹੈ, ਸਾਡਾ ਸੁਭਾਅ ਬਣਾਉਂਦੀ ਹੈ। ਸੋ ਇਸ ਰੇਡੀਓ ਪ੍ਰੋਗਰਾਮਾਂ ਦੇ ਦੌਰਾਨ ਆਪਾਂ ਕਹਾਣੀਆਂ ਵੀ ਸਾਂਝੀਆਂ ਕਰੀਦੀਆਂ ਨੇ ਗਾਹੇ ਬਗਾਹੇ। ਅੱਜ ਹਰਮਿੰਦਰ ਸਿੰਘ ਚਾਹਲ ਹੋਰਾਂ ਦੀ ਜਿਹੜੇ ਉੱਘੇ ਕਹਾਣੀਕਾਰ ਨੇ, NRI ਪ੍ਰਵਾਸੀ ਪੰਜਾਬੀ ਨੇ, ਅਤੇ ਉਹਨਾਂ ਦੀ ਕਹਾਣੀ ਖੋਜ ਤੁਹਾਡੇ ਨਾਲ ਸਾਂਝੀ ਕਰਾਂਗਾ ਜਿਹੜੀ ਕਿ ਪ੍ਰਵਾਸ ਨਾਲ ਜੁੜੀ ਹੈ। ਪ੍ਰਵਾਸੀ ਪੰਜਾਬੀਆਂ ਦੀਆਂ ਜਿਹੜੀਆਂ ਸੀਨਾ ਬਸੀਨਾ ਵਾਪਰੀਆਂ ਘਟਨਾਵਾਂ ਨੇ ਉਹਨਾਂ ਦੇ ਇਹ ਬਹੁਤ ਨੇੜੇ ਹੈ। ਖੋਜ ਕਹਾਣੀ ਦੇ ਰਚੇਤਾ ਹਰਮਿੰਦਰ ਸਿੰਘ ਚਾਹਲ ਲਿਖਦੇ ਨੇ ਕਿ ਕੈਟਰੀਨਾ ਨੇ ਅੱਜ ਅੱਧੇ ਦਿਨ ਦੀ ਛੁੱਟੀ ਲਈ ਹੋਈ ਸੀ। ਲੰਚ ਬ੍ਰੇਕ ਹੁੰਦਿਆਂ ਸਾਰ ਉਹ ਘਰ ਨੂੰ ਚੱਲ ਪਈ। ਦਰਵਾਜ਼ਾ ਖੋਲ੍ਹਦਿਆਂ ਹੀ ਉਸਨੇ ਸੋਫੇ ਵੱਲ ਨਜ਼ਰ ਮਾਰੀ ਤਾਂ ਉਸਦੀ ਧੀ ਸੈਫੀ ਟੇਢੀ ਜਿਹੀ ਹੋਈ ਸੋਫੇ 'ਤੇ ਧੌਣ ਸੁੱਟੀ ਪਈ ਸੀ। ਕੈਟਰੀਨਾ ਦੇ ਕਾਲਜੇ 'ਚ ਹੌਲ ਜਿਹਾ ਪਿਆ। ਉਹ ਛੇਤੀ ਦੇਣੇ ਨੇੜੇ ਆਈ, ਪਰ ਜਦੋਂ ਉਸਨੇ ਵੇਖਿਆ ਕਿ ਸੈਫੀ ਦੀਆਂ ਅੱਖਾਂ ਬੰਦ ਨੇ, ਲੱਗਦਾ ਸੀ ਕਿ ਉਹ ਸ਼ਾਇਦ ਸੁੱਤੀ ਪਈ ਹੈ। ਪਿਛਲੇ ਕਈ ਦਿਨਾਂ ਤੋਂ ਸੈਫੀ ਕੁਝ ਜ਼ਿਆਦਾ ਹੀ ਬਿਮਾਰ ਸੀ। ਕੈਟਰੀਨਾ ਦੇ ਪਰਿਵਾਰਕ ਡਾਕਟਰ ਨੇ ਉਸਨੂੰ ਸਾਈਕੈਟਰਿਸਟ ਜਾਣੀ ਕਿ ਮਨੋਵਿਗਿਆਨਿਕ ਡਾਕਟਰ ਨੂੰ ਦਿਖਾਉਣ ਦਾ ਸੁਝਾਅ ਦਿੱਤਾ ਸੀ। ਅਤੇ ਉਸ ਪਿੱਛੋਂ ਹੀ ਕੈਟਰੀਨਾ ਨੇ ਡਾਕਟਰ ਤੋਂ ਸੈਫੀ ਦੇ ਲਈ ਅੱਜ ਉਸ ਦੀ ਚੈੱਕਅਪ ਦੇ ਲਈ ਵਕਤ ਲਿਆ ਹੋਇਆ ਸੀ। ਇਸੇ ਕਰਕੇ ਉਹ ਜਲਦੀ ਕੰਮ ਤੋਂ ਵਾਪਸ ਆਈ ਅਤੇ ਸੈਫੀ ਅੱਜ ਸਕੂਲ ਗਈ ਹੀ ਨਹੀਂ ਸੀ। ਖੈਰ, ਕੈਟਰੀਨਾ ਨੇ ਥੋੜ੍ਹਾ ਬਹੁਤਾ ਖਾਣ ਪੀਣ ਕੀਤਾ ਅਤੇ ਘੜੀ ਵੱਲ ਨਜ਼ਰ ਮਾਰੀ। ਵਕਤ ਅਜੇ ਪਿਆ ਸੀ ਡਾਕਟਰ ਦੀ ਅਪੁਆਇੰਟਮੈਂਟ ਦੇ ਵਿੱਚ, ਅਤੇ ਉਸਨੇ ਸੈਫੀ ਦੇ ਕੋਲ ਬਹਿੰਦਿਆਂ ਉਸਨੂੰ ਪੁਚਕਾਰ ਕੇ ਉਠਾਇਆ ਅਤੇ ਸੈਫੀ ਇੱਕਦਮ ਭਵੱਤਰਿਆਂ ਵਾਂਗੂ ਉੱਠ ਕੇ ਆਲਾ ਦੁਆਲਾ ਵੇਖਣ ਲੱਗੀ, ਸ਼ਾਇਦ ਕੁਝ ਗੁਆਚਿਆ ਲੱਭਦੀ ਹੋਵੇ। ਕੈਟਰੀਨਾ ਨੇ ਸਹਿ ਸੁਭਾਅ ਮਮਤਾਮਈ ਮੋਹ ਦੇ ਨਾਲ ਉਸਦੇ ਮੱਥੇ 'ਤੇ ਹੱਥ ਫੇਰਿਆ ਅਤੇ ਇੰਨੇ ਨੂੰ ਸੈਫੀ ਵੀ ਜਿਹੜਾ ਹੌਲੀ ਹੌਲੀ ਸੰਭਲ ਗਈ। ਫਿਰ ਉਸਨੇ ਸੈਫੀ ਨੂੰ ਲੈ ਕੇ ਜਿਹੜੀ ਹੈ ਕਾਰ ਸਟਾਰਟ ਕੀਤੀ ਅਤੇ ਅੱਧੇ ਘੰਟੇ ਬਾਅਦ ਉਹ ਸਾਈਕੈਟਰਿਸਟ ਦੇ ਕਲੀਨਿਕ ਵੱਲ ਜਾ ਪੁੱਜੀਆਂ। ਇਹਨਾਂ ਮਾਵਾਂ ਧੀਆਂ ਦੀ ਵਾਰੀ ਆਉਣ ਦੀ ਅਜੇ ਉਡੀਕ ਸੀ ਅਤੇ ਡਾਕਟਰ ਨੇ ਦੋਵੇਂ ਮਾਵਾਂ ਧੀਆਂ ਨੂੰ ਦਫ਼ਤਰ ਦੇ ਵਿੱਚ ਬੁਲਾ ਲਿਆ ਅਤੇ ਉਸਨੇ ਕੈਟਰੀਨਾ ਨੂੰ ਉੱਥੇ ਬਹਿਣ ਦਾ ਇਸ਼ਾਰਾ ਕੀਤਾ ਅਤੇ ਉਹ ਸੈਫੀ ਨੂੰ ਡਾਕਟਰ ਆਪਣੇ ਕਲੀਨਿਕ ਦੇ ਵਿੱਚ ਲੈ ਗਿਆ ਅਤੇ ਪੂਰੇ 2 ਘੰਟੇ ਉਸਨੇ ਸੈਫੀ ਦੀ ਨਾਲ ਗੱਲਬਾਤ ਕੀਤੀ
ਤੇ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਉਸ ਦੀ ਮਰਜ਼ ਲੱਭਣ ਦੀ ਕੋਸ਼ਿਸ਼ ਉਸ ਮਨੋਵਿਗਿਆਨਿਕ ਕੁਮਾਰ ਨੇ ਕੀਤੀ ਤੇ ਫਿਰ ਉਸਨੇ ਸੈਫੀ ਨੂੰ ਬਾਹਰ ਭੇਜਦਿਆਂ ਕੈਟਰੀਨਾ ਨੂੰ ਜਾਣੀ ਕਿ ਸੈਫੀ ਦੀ ਮਾਂ ਨੂੰ ਅੰਦਰ ਬੁਲਾਇਆ ਤੇ ਉਸ ਦੇ ਨਾਲ ਵਾਹਵਾ ਲੰਮੀ ਗੱਲਬਾਤ ਕੀਤੀ। ਆਖਰ ਆਪਣਾ ਕੰਮ ਨਿਬੇੜਿਆ ਡਾਕਟਰ ਨੇ ਤਾਂ ਕੈਟਰੀਨਾ ਨੂੰ ਦਫ਼ਤਰ ਦੇ ਵਿੱਚ ਜਾ ਕੇ ਬਹਿਣ ਲਈ ਕਹਿ ਕੇ ਡਾਕਟਰ ਕਾਗਜ਼ੀ ਕੰਮ ਦੇ ਵਿੱਚ ਮਸ਼ਰੂਫ ਹੋਇਆ। ਕੈਟਰੀਨਾ ਵੀ ਉਸ ਵਕਤ ਸੈਫੀ ਦੇ ਕੋਲ ਆ ਬੈਠੀ। 10 ਕੁ ਮਿੰਟਾਂ ਪਿੱਛੋਂ ਡਾਕਟਰ ਵੀ ਉਹਨਾਂ ਕੋਲ ਆ ਗਿਆ। ਸੈਫੀ ਦੀ ਫਾਈਲ ਮੇਜ਼ 'ਤੇ ਰੱਖਦਿਆਂ ਉਹ ਕੈਟਰੀਨਾ ਵੱਲ ਵੇਖਦਾ ਬੋਲਿਆ, ਮਿਸ ਕੈਟਰੀਨਾ, ਉਂਝ ਦਾ ਇਹ ਕੇਸ ਬਹੁਤਾ ਪੇਚੀਦਾ ਨਹੀਂ ਹੈ ਪਰ ਮੁਸ਼ਕਲ ਵੀ ਹੋ ਸਕਦਾ ਹੈ। ਕੈਟਰੀਨਾ ਨੇ ਹੈਰਾਨੀ ਨਾਲ ਪੁੱਛਿਆ, ਡਾਕਟਰ ਸਾਹਿਬ ਉਹ ਕਿੱਦਾਂ? ਡਾਕਟਰ ਨੇ ਆਖਿਆ, ਵੇਖੋ ਸੈਫੀ ਦੀ ਸੋਚ ਅਤੇ ਇਸ ਦਾ ਸਰੀਰ ਇਸ ਦੇ ਪਿਓ 'ਤੇ ਹੈ। ਇਸ ਦੇ ਸਰੀਰ ਦੀਆਂ ਬਹੁਤ ਸਾਰੀਆਂ ਕਿਰਿਆਵਾਂ ਪ੍ਰਤੀਕਿਰਿਆਵਾਂ, ਇਸ ਦੇ ਹਾਵ ਭਾਵ, ਸੋਚਣ ਦਾ ਢੰਗ ਤਰੀਕਾ, ਵਿਚਰਨ ਦਾ ਤਰੀਕਾ, ਇਹ ਸਭ ਕੁਝ ਜੈਨੇਟਿਕ ਹੈ, ਖਾਨਦਾਨੀ ਆ। ਪਰ ਇਸ ਵੇਲੇ ਇਹ ਉਸ ਆਪਣੇ ਜੈਨੇਟਿਕ ਮੁੱਢ ਤੋਂ ਦੂਰ ਹੈ। ਇਸ ਦੀ ਬਿਮਾਰੀ ਦਾ ਇਹੀ ਕਾਰਨ ਹੈ। ਇਸ ਦਾ ਅਰਧ ਸੁਚੇਤ ਮਨ ਆਪਣੇ ਜੈਨੇਟਿਕ ਸੂਤਰ ਕੋਲ ਹੋਣਾ ਲੋਚਦਾ, ਆਪਣੇ ਉਸ ਖਾਨਦਾਨੀ ਅੰਸ਼ ਦੇ ਨਾਲ ਇਹ ਰਲਗੱਡ ਹੋਣਾ ਚਾਹੁੰਦੀ ਹੈ। ਮੈਂ ਤੇਰੇ ਨਾਲ ਵੀ ਇੰਟਰਵਿਊ ਕੀਤੀ ਹੈ। ਇਸ ਦੇ ਜੈਨੇਟਿਕ ਗੁਣ ਤੇਰੇ ਜਾਂ ਤੇਰੇ ਪਰਿਵਾਰ ਨਾਲ ਨਹੀਂ ਮਿਲਦੇ। ਮੈਂ ਨਤੀਜਾ ਕੱਢਿਆ ਕਿ ਇਸ ਦੇ ਗੁਣ ਆਪਣੇ ਪਿਓ ਨਾਲ ਮਿਲਦੇ ਨੇ। ਜੇਕਰ ਇਸ ਨੂੰ ਉਸ ਦੇ ਪਿਓ ਨਾਲ ਮਿਲਾ ਦਿੱਤਾ ਜਾਵੇ ਤਾਂ ਇਹ ਠੀਕ ਹੋ ਸਕਦੀ ਹੈ। ਕਿਉਂਕਿ ਦੋਸਤੋ ਇਹ ਚੀਜ਼ਾਂ ਹੁੰਦੀਆਂ ਨੇ, ਜਿਵੇਂ ਆਪਾਂ ਕਹਿੰਦੇ ਆ ਨਾ ਕਿ ਮੜੰਗਾ ਨਹੀਂ, ਬੰਦੇ ਦਾ ਮਨ ਵੀ ਪਰਿਵਾਰ ਦੇ ਕਿਸੇ ਨਾ ਕਿਸੇ ਜੀਅ ਨਾਲ ਜ਼ਿਆਦਾ ਜੁੜਦਾ ਹੁੰਦਾ ਹੈ। ਡਾਕਟਰ ਦੀ ਗੱਲ ਸੁਣ ਕੇ ਕੈਟਰੀਨਾ ਕੁਝ ਨਾ ਬੋਲੀ। ਡਾਕਟਰ ਨੇ ਉਸ ਨੂੰ ਪੁੱਛਿਆ, ਮਿਸ ਕੈਟਰੀਨਾ, ਕੀ ਤੂੰ ਘਰ ਵਾਲੇ ਨਾਲੋਂ ਵੱਖ ਰਹਿੰਦੀ ਆ? ਜੀ, ਮੈਂ ਸਿਰਫ ਘਰ ਦੇ ਵਿੱਚ ਮੈਂ ਤੇ ਸੈਫੀ ਹੀ ਰਹਿੰਦੀ ਹਾਂ। ਕੀ ਤੂੰ ਤਲਾਕਸ਼ੁਦਾ? ਕੈਟਰੀਨਾ ਨੇ ਆਖਿਆ, ਜੀ ਨਹੀਂ। ਤੇ ਫਿਰ ਇਹ ਤੇਰੇ ਕਿਸੇ ਬॉयਫ੍ਰੈਂਡ ਦੀ ਔਲਾਦ ਹੈ? ਜੀ ਨਹੀਂ। ਕੀ ਤੂੰ ਦੱਸ ਸਕਦੀ ਹੈ ਸੈਫੀ ਦਾ ਪਿਓ ਕੌਣ ਹੈ? ਜੀ ਨਹੀਂ, ਇਹ ਗੱਲ ਮੈਂ ਨਹੀਂ ਦੱਸ ਸਕਦੀ। ਕਿਉਂ? ਮੇਰੇ ਮਤਲਬ ਅਜਿਹਾ ਕੀ ਕਾਰਨ ਹੈ ਕਿ ਤੂੰ ਦੱਸ ਨਹੀਂ ਸਕਦੀ? ਡਾਕਟਰ ਨੇ ਜ਼ੋਰ ਪਾ ਕੇ ਉਸ ਨੂੰ ਪੁੱਛਿਆ। ਸੈਫੀ ਦੀ ਮਾਂ ਨੇ ਆਖਿਆ, ਕਿਉਂਕਿ ਮੈਂ ਖੁਦ ਨਹੀਂ ਜਾਣਦੀ ਕਿ ਇਸ ਦਾ ਪਿਓ ਕੌਣ ਹੈ। ਡਾਕਟਰ ਨੇ ਆਖਿਆ, ਓ ਆਈ ਐਮ ਸੌਰੀ, ਮੈਂ ਮਾफ़ੀ ਚਾਹੁੰਦਾ ਜੇ ਮੈਂ ਤੇਰਾ ਦਿਲ ਦੁਖਾਇਆ। ਡਾਕਟਰ ਨੇ ਆਪਣੀ ਐਨਕ ਉਤਾਰ ਪਾਸੇ ਰੱਖ ਦਿੱਤੀ ਅਤੇ ਉਸਨੇ ਧਿਆਨ ਨਾਲ ਸੈਫੀ ਵੱਲ ਝਾਕਿਆ। ਉਸ ਦੇ ਤਿੱਖੇ ਨੈਣ ਨਕਸ਼, ਕਣਕ ਵੰਨਾ ਰੰਗ, ਛਾਂਟਵਾਂ ਸਰੀਰ, ਉਹ ਵੇਖਦਿਆਂ ਹੀ ਸਮਝ ਗਿਆ ਕਿ ਸੈਫੀ ਕਿਸੇ ਪੰਜਾਬੀ ਦੀ ਧੀ ਹੈ। ਕੈਟਰੀਨਾ ਉਦਾਸ ਜਿਹੀ ਉੱਠੀ ਅਤੇ ਸੈਫੀ ਨੂੰ ਲੈ ਕੇ ਘਰ ਵੱਲ ਚੱਲ ਪਈ। ਰਾਤ ਵੇਲੇ ਸੈਫੀ ਆਪਣੇ ਕਮਰੇ ਦੇ ਵਿੱਚ ਪਈ ਪਾਸੇ ਮਾਰਦੀ ਰਹੀ ਅਤੇ ਉਸ ਨੂੰ ਨੀਂਦ ਨਹੀਂ ਸੀ ਆ ਰਹੀ। ਉਹ ਉੱਠ ਕੇ ਆਪਣੇ ਲਿਵਿੰਗ ਰੂਮ ਦੇ ਵਿੱਚ ਆਈ ਤਾਂ ਉਸਨੇ ਵੇਖਿਆ ਕਿ ਉਸ ਦੀ ਮਾਂ ਕੈਟਰੀਨਾ ਆਪਣੇ ਆਪ 'ਚ ਗੁਆਚੀ ਸੋਫੇ 'ਤੇ ਬੈਠੀ ਸਿਗਰਟ ਫੂਕੀ ਜਾ ਰਹੀ ਹੈ। ਸੈਫੀ ਨੇ ਉਸ ਦੇ ਕੋਲ ਜਾ ਕੇ ਆਪਣੀ ਮਾਂ ਵੱਲ ਤੱਕਿਆ ਅਤੇ ਕੈਟਰੀਨਾ ਤਰਬ ਕੇ ਉਸ ਵੱਲ ਝਾਕੀ ਅਤੇ ਕੈਟਰੀਨਾ ਨੇ ਸਿਗਰਟ ਬੁਝਾ ਦਿੱਤੀ ਅਤੇ ਸੈਫੀ ਦੇ ਸਿਰ 'ਤੇ ਮੁਹੱਬਤ ਨਾਲ ਹੱਥ ਫੇਰਿਆ। ਸੈਫੀ ਨੇ ਆਪਣੀ ਮਾਂ ਨੂੰ ਪੁੱਛਿਆ, ਮਾਂ ਇੱਕ ਗੱਲ ਪੁੱਛਣੀ ਹੈ। ਹਾਂ ਪੁੱਛ ਮੇਰੀ ਬੱਚੀ। ਕੀ ਤੈਨੂੰ ਪਤਾ ਹੈ ਕਿ ਮੇਰਾ ਬਾਪ ਕੌਣ ਹੈ, ਜਾਂ ਫਿਰ ਤੂੰ ਜਾਣਬੁੱਝ ਕੇ ਕੁਝ ਦੱਸਣਾ ਨਹੀਂ ਚਾਹੁੰਦੀ? ਕੈਟਰੀਨਾ ਨੇ ਆਖਿਆ, ਵੇਖ ਬੇਟੀ, ਤੂੰ ਪਹਿਲਾਂ ਵੀ ਕਈ ਵਾਰ ਇਹ ਸਵਾਲ ਪੁੱਛ ਚੁੱਕੀ ਹੈ, ਪਰ ਮੈਂ ਸੱਚ ਕਹਿ ਰਹੀ ਹਾਂ ਕਿ ਮੈਂ ਤੇਰੇ ਪਿਓ ਬਾਰੇ ਨਹੀਂ ਜਾਣਦੀ। ਤੂੰ ਮੇਰੇ 'ਤੇ ਭਰੋਸਾ ਕਰ। ਸੈਫੀ ਨੇ ਦੁਖੀ ਹੁੰਦਿਆਂ ਆਖਿਆ, ਫਿਰ ਮੈਂ ਇਸ ਦੁਨੀਆ 'ਚ ਕਿਵੇਂ ਆਈ? ਮੇਰਾ ਮਤਲਬ। ਕੈਟਰੀਨਾ ਨੇ ਆਖਿਆ, ਮੇਰੀ ਧੀ, ਤੂੰ ਮੇਰੇ ਬਾਰੇ ਗਲਤ ਨਾ ਸੋਚ। ਜੋ ਤੂੰ ਸੋਚ ਰਹੀ ਹੈ ਅਜਿਹਾ ਕੁਝ ਵੀ ਨਹੀਂ ਹੈ, ਪਰ ਇਹ ਸੱਚ ਹੈ ਕਿ ਮੈਨੂੰ ਬਿਲਕੁਲ ਨਹੀਂ ਪਤਾ ਕਿ ਤੇਰਾ ਪਿਓ ਅਸਲ ਕੌਣ ਹੈ। ਸੈਫੀ ਕੁਝ ਨਾ ਬੋਲੀ ਅਤੇ ਵਾਪਸ ਆਪਣੇ ਸੌਣ ਦੇ ਕਮਰੇ ਵੱਲ ਨੂੰ ਤੁਰ ਪਈ। ਕੈਟਰੀਨਾ ਸਾਰੀ ਰਾਤ ਸੌਂ ਨਾ ਸਕੀ ਅਤੇ ਉਸਨੇ ਸੋਫੇ 'ਤੇ ਪਾਸੇ ਲੈਂਦਿਆਂ ਸਾਰੀ ਰਾਤ ਇਹਨਾਂ ਸੋਚਾਂ ਦੇ ਵਿੱਚ ਹੀ ਗੁਜ਼ਾਰ ਦਿੱਤੀ ਕਿ ਆਖਰ ਇਸ ਸਮੱਸਿਆ ਦਾ ਕੀ ਹੱਲ ਉਹ ਲੱਭੇ। ਸਵੇਰੇ ਉਸ ਦੀ ਅੱਖ ਲੱਗੀ ਤਾਂ ਉਦੋਂ ਸੈਫੀ ਉੱਠ ਕੇ ਸਕੂਲ ਜਾਣ ਨੂੰ ਤਿਆਰ ਹੋਣ ਲੱਗੀ ਅਤੇ ਉਸਦੇ ਤੋਰੇ ਫੇਰੇ ਨੇ ਕੈਟਰੀਨਾ ਨੂੰ ਜਗਾ ਦਿੱਤਾ ਅਤੇ ਉਸਨੇ ਸੈਫੀ ਦੇ ਚਿਹਰੇ ਵੱਲ ਵੇਖਿਆ ਅਤੇ ਇਸ ਵਕਤ ਉਹ ਠੀਕ ਜਾਪ ਰਹੀ ਸੀ। ਉਦੋਂ ਹੀ ਉਸਦੇ ਮਨ ਦੇ ਵਿੱਚ ਅਚਾਨਕ ਖਿਆਲ ਆਇਆ ਕਿ ਉਹ ਇਸ ਦੇ ਪਿਓ ਨੂੰ ਲੱਭ ਸਕਦੀ ਹੈ। ਅਤੇ ਜਦੋਂ ਉਸਨੇ ਆਏ ਇਸ ਨਵੇਂ ਵਿਚਾਰ ਬਾਰੇ ਵਾਹਵਾ ਸੋਚਿਆ ਤਾਂ ਉਸਨੂੰ ਹੌਸਲਾ ਹੋ ਗਿਆ ਕਿ ਇਸ ਕੰਮ ਦੇ ਵਿੱਚ ਉਹ ਕਾਮਯਾਬ ਹੋ ਸਕਦੀ ਹੈ ਅਤੇ ਉਹਦਾ ਮਨ ਢਹਿਣ ਦੀਆਂ ਗੱਲਾਂ 'ਚੋਂ ਨਿਕਲਿਆ ਅਤੇ ਉਹ ਹੌਸਲੇ ਦੇ ਵਿੱਚ ਹੋ ਗਈ। ਅਤੇ ਉਸੇ ਵੇਲੇ ਸੈਫੀ ਵੀ ਕੈਟਰੀਨਾ ਦੇ ਕੋਲ ਆਈ ਅਤੇ ਉਸਨੇ ਮਾਂ ਦੇ ਚਿਹਰੇ 'ਤੇ ਅਚਾਨਕ ਰੌਣਕ ਵੇਖੀ। ਕੈਟਰੀਨਾ ਨੇ ਸੈਫੀ ਨੂੰ ਜੱਫੀ ਵਿੱਚ ਲੈਂਦਿਆਂ ਬੋਲਿਆ, ਮੇਰੀ ਬੱਚੀ, ਮੈਂ ਤੇਰੇ ਪਿਓ ਨੂੰ ਲੱਭ ਸਕਦੀ ਹਾਂ। ਮੈਨੂੰ ਹੁਣੇ ਇੱਕ ਹੱਲ ਸੁਝਿਆ। ਉਹ ਸੱਚ ਮਾਮ? ਹਾਂ ਬਿਲਕੁਲ, ਪਰ ਤੈਨੂੰ ਵੀ ਮੇਰੀ ਮਦਦ ਇਸ ਦੇ ਵਿੱਚ ਕਰਨੀ ਪਊ। ਠੀਕ ਹੈ ਮਾਮ, ਮੈਂ ਮਦਦ ਤਾਂ ਕਰੂੰਗੀ,
ਪਰ ਇਹ ਸਭ ਹੋਊਗਾ ਕਿਵੇਂ ਜਦੋਂ ਕਿ ਤੂੰ ਕਹਿੰਦੀ ਹੈ ਕਿ ਮੈਂ ਤਾਂ ਤੇਰੇ ਪਿਓ ਨੂੰ ਵੇਖਿਆ ਹੀ ਨਹੀਂ। ਆਪਾਂ ਇਸ ਗੱਲ 'ਤੇ ਸ਼ਾਮੀ ਚਰਚਾ ਕਰਾਂਗੇ। ਉਦੋਂ ਹੀ ਮੈਂ ਤੈਨੂੰ ਕੁਝ ਹੋਰ ਵੀ ਦੱਸਾਂਗੀ, ਪਰ ਇਸ ਵਕਤ ਤੇਰਾ ਸਕੂਲ ਦਾ ਸਮਾਂ ਹੋ ਗਿਆ, ਹੁਣ ਤੂੰ ਸਕੂਲ ਜਾ। ਸੈਫੀ ਬੈਗ ਚੁੱਕਦੀ ਹੋਈ ਨਿਕਲ ਗਈ ਅਤੇ ਉਹ ਬਾਹਰ ਉਸਦੇ ਹਾਈ ਸਕੂਲ ਦੀ ਬੱਸ ਆਈ ਖੜ੍ਹੀ ਸੀ ਅਤੇ ਸੈਫੀ ਉਸ ਦੇ ਵਿੱਚ ਸਵਾਰ ਹੋ ਗਈ। ਸਕੂਲ ਦੀ ਬੱਸ ਵੱਲ ਵੇਖਦਿਆਂ ਕੈਟਰੀਨਾ ਨੂੰ ਖਿਆਲ ਆਇਆ ਕਿ ਇਸ ਸਕੂਲ 'ਚ ਜਾਣ ਪਿੱਛੋਂ ਸੈਫੀ ਦੀ ਮਾਨਸਿਕ ਬਿਮਾਰੀ ਵੱਧ ਗਈ ਸੀ। ਪਹਿਲਾਂ ਤਾਂ ਉਹ ਘਰ ਦੇ ਨੇੜਲੇ ਸਕੂਲ ਦੇ ਵਿੱਚ ਤੁਰ ਕੇ ਜਾਂਦੀ ਸੀ, ਪਰ ਹੁਣ ਸਕੂਲ ਦੂਰ ਹੋਣ ਕਰਕੇ ਉਹ ਬੱਸ ਵਿੱਚ ਜਾਂਦੀ ਸੀ। ਸੈਫੀ ਜਦੋਂ ਕਿੰਸਡੇਲ ਹਾਈ ਸਕੂਲ ਦੇ ਵਿੱਚ ਦਾਖਲ ਹੋਈ ਸੀ ਤਾਂ ਉਸ ਤੋਂ ਕੁਝ ਦਿਨ ਪਿੱਛੋਂ ਹੀ ਕੈਟਰੀਨਾ ਨੂੰ ਸਕੂਲ 'ਚੋਂ ਨਰਸ ਦਾ ਫੋਨ ਆਇਆ ਸੀ ਅਤੇ ਨਰਸ ਨੇ ਉਸ ਨੂੰ ਛੇਤੀ ਨਾਲ ਸਕੂਲ ਬੁਲਾਇਆ ਕਿਉਂਕਿ ਸੈਫੀ ਅਚਾਨਕ ਬਿਮਾਰ ਹੋ ਗਈ ਸੀ। ਕੈਟਰੀਨਾ ਭੱਜੀ ਦੌੜੀ ਸਕੂਲ ਪਹੁੰਚੀ ਅਤੇ ਅਗਾਂਹ ਉਸਨੇ ਵੇਖਿਆ ਕਿ ਸੈਫੀ ਨਰਸ ਦੇ ਕਲੀਨਿਕ ਰੂਮ ਦੇ ਵਿੱਚ ਕੁਰਸੀ 'ਤੇ ਜਿਹੜਾ ਸਿਰ ਟਿਕਾਈ ਅੱਖਾਂ ਮੀਚੀ ਨਡਾਲ ਪਈ ਸੀ। ਕੈਟਰੀਨਾ ਸੈਫੀ ਦੇ ਕੋਲ ਬਹਿੰਦੀ ਉਸਦੇ ਸਿਰ 'ਤੇ ਹੱਥ ਫੇਰਨ ਲੱਗੀ। ਸੈਫੀ ਨੇ ਮਲਕੜੇ ਜਿਹੇ ਅੱਖਾਂ ਖੋਲ੍ਹੀਆਂ ਅਤੇ ਆਪਣੀ ਮਾਂ ਵੱਲ ਵੇਖ ਕੇ ਉਸਨੇ ਅੱਖਾਂ ਭਰ ਲਈਆਂ। ਕੈਟਰੀਨਾ ਨੇ ਸੈਫੀ ਨੂੰ ਛਾਤੀ ਨਾਲ ਲਾ ਕੇ ਹੌਸਲਾ ਦਿੱਤਾ ਅਤੇ ਸੈਫੀ ਉੱਚੀ ਉੱਚੀ ਰੋਣ ਲੱਗੀ। ਕੈਟਰੀਨਾ ਨੇ ਉਸਨੂੰ ਹੌਲੀ ਹੌਲੀ ਚੁੱਪ ਕਰਾਇਆ। ਸੈਫੀ ਚੁੱਪ ਹੋ ਗਈ ਅਤੇ ਵਾਸ਼ਰੂਮ ਦੇ ਵਿੱਚ ਮੂੰਹ ਧੋਣ ਚਲੀ ਗਈ ਅਤੇ ਪਿੱਛੋਂ ਕੈਟਰੀਨਾ ਨੇ ਨਰਸ ਨੂੰ ਪੁੱਛਿਆ ਕਿ ਅੱਜ ਇਹ ਕਿਵੇਂ ਬਿਮਾਰ ਹੋਈ ਤਾਂ ਨਰਸ ਬੋਲੀ ਇਸ ਦੀ ਕੰਪਿਊਟਰ ਕਲਾਸ ਸੀ ਅਤੇ ਨਾਲ ਦੇ ਕੰਪਿਊਟਰ 'ਤੇ ਕੋਈ ਪੰਜਾਬੀ ਕੁੜੀ ਬੈਠੀ ਹੋਈ ਸੀ। ਇਹ ਉਸ ਪੰਜਾਬਣ ਕੁੜੀ ਵੱਲ ਵੇਖਣ ਲੱਗੀ ਅਤੇ ਲਗਾਤਾਰ ਉਸ ਵੱਲ ਵੇਖਦੀ ਵੇਖਦੀ ਗੁਆਚ ਗਈ ਅਤੇ ਫਿਰ ਗਾਸ਼ ਖਾ ਕੇ ਧਰਤੀ 'ਤੇ ਡਿੱਗ ਪਈ। ਮੈਨੂੰ ਪਤਾ ਲੱਗਿਆ ਤਾਂ ਮੈਂ ਤੁਰੰਤ ਇਸ ਨੂੰ ਸੰਭਾਲ ਕੇ ਕਲੀਨਿਕ ਲੈ ਆਈ ਹਾਂ ਅਤੇ ਤੈਨੂੰ ਫੋਨ ਕੀਤਾ। ਨਰਸ ਦੀ ਗੱਲ ਸੁਣ ਕੇ ਕੈਟਰੀਨਾ ਨੂੰ ਹੈਰਾਨੀ ਨਾ ਹੋਈ ਕਿਉਂਕਿ ਪਹਿਲੀ ਵਾਰ ਨਹੀਂ ਸੀ ਹੋਇਆ, ਇਸ ਤਰ੍ਹਾਂ ਬਹੁਤ ਵਾਰ ਹੋ ਚੁੱਕਾ ਸੀ। ਅਸਲ ਦੇ ਵਿੱਚ ਸੈਫੀ ਨੇ ਜਿਉਂ ਹੀ ਹੋਸ਼ ਸੰਭਾਲੀ ਸੀ ਅਤੇ ਉਸਦੀ ਇਹ ਬਿਮਾਰੀ ਚੱਲਦੀ ਜਾ ਰਹੀ ਸੀ ਅਤੇ ਵੱਧਦੀ ਵੀ ਜਾ ਰਹੀ ਸੀ। ਜਿਉਂ-ਜਿਉਂ ਉਹ ਸਿਆਣੀ ਹੁੰਦੀ ਅਤੇ ਬਿਮਾਰੀ ਵੱਧ ਰਹੀ ਸੀ ਅਤੇ ਹਾਈ ਸਕੂਲ ਦਾਖਲ ਹੋਣ ਕਰਕੇ ਕਿਉਂਕਿ ਇਹ ਸਕੂਲ ਦੇ ਵਿੱਚ ਉਹ ਨਵੀਂ ਸੀ ਅਤੇ ਇੱਥੇ ਆ ਕੇ ਉਸਦੀ ਬਿਮਾਰੀ ਇੱਕਦਮ ਤੇਜ਼ ਹੋ ਗਈ। ਸੈਫੀ ਦੀ ਇਹ ਮਾਨਸਿਕ ਬਿਮਾਰੀ ਪਿੱਛੋਂ ਸ਼ੁਰੂ ਹੋਈ ਸੀ। ਪਹਿਲਾਂ ਉਸ ਨੂੰ ਜੰਮਦੀ ਨੂੰ ਇੱਕ ਹੋਰ ਬਿਮਾਰੀ ਸੀ ਅਤੇ ਕਈ ਵਾਰ ਉਹ ਛਿੱਕਾਂ ਮਾਰਨ ਲੱਗਦੀ ਅਤੇ ਲਗਾਤਾਰ 20-25 ਛਿੱਕਾਂ ਮਾਰਦੀ ਅਤੇ ਉਸਦਾ ਨੱਕ ਵਹਿਣ ਲੱਗਦਾ। ਪਰ ਅਜਿਹਾ ਉਸ ਦਿਨ ਹੁੰਦਾ ਸੀ ਜਿਸ ਦਿਨ ਹੁਮਸ ਹੁੰਦਾ ਸੀ ਅਤੇ ਇਹ ਵੀ ਜ਼ਰੂਰ ਹੁੰਦਾ ਸੀ ਕਿ ਜਿਸ ਦਿਨ ਸੈਫੀ ਨੂੰ ਛਿੱਕਾਂ ਆਉਂਦੀਆਂ ਅਤੇ ਉਸਦਾ ਨੱਕ ਵਗਦਾ ਅਤੇ ਉਸ ਦਿਨ ਮੀਂਹ ਵੀ ਜ਼ਰੂਰ ਪੈਂਦਾ ਸੀ। ਅਤੇ ਜਦੋਂ ਉਸ ਨੂੰ ਸਕੂਲ ਆਇਆ ਉਹ ਪਹਿਲੇ ਹੀ ਦਿਨ ਜਦੋਂ ਉਸਨੇ ਛਿੱਕਾਂ ਮਾਰੀਆਂ ਤਾਂ ਟੀਚਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਸਨੇ ਫਟਾਫਟ ਕੈਟਰੀਨਾ ਨੂੰ ਬੁਲਾਇਆ। ਪਰ ਕੈਟਰੀਨਾ ਨੇ ਜਾ ਕੇ ਟੀਚਰ ਨੂੰ ਸੈਫੀ ਦੀ ਇਸ ਜਮਾਂਦਰੂ ਬਿਮਾਰੀ ਬਾਰੇ ਦੱਸ ਕੇ ਸ਼ਾਂਤ ਕਰ ਦਿੱਤਾ ਅਤੇ ਨਾਲ ਹੀ ਦੱਸ ਦਿੱਤਾ ਕਿ ਅੱਜ ਮੀਂਹ ਜ਼ਰੂਰ ਪਏਗਾ। ਇਹ ਗੱਲ ਸੱਚੀ ਵੀ ਹੋਈ। ਉਸ ਪਿੱਛੋਂ ਅਗਲੀ ਵਾਰ ਇਸੇ ਵਜ੍ਹਾ ਕਰਕੇ ਕੈਟਰੀਨਾ ਨੂੰ ਟੀਚਰ ਨੇ ਸਕੂਲ ਬੁਲਾਇਆ ਤਾਂ ਉਸ ਦੇ ਪਹੁੰਚਦਿਆਂ ਹੀ ਟੀਚਰ ਸੰਜੀਦਾ ਹੋਣ ਦੀ ਬੋਲੀ, ਮਿਸਟਰ ਕੈਟਰੀਨਾ ਤੇਰੀ ਕੁੜੀ ਤਾਂ ਚਮਤਕਾਰੀ ਹੈ। ਇਸ ਨੂੰ ਪਹਿਲਾਂ ਪਤਾ ਲੱਗ ਜਾਂਦਾ ਕਿ ਅੱਜ ਬਾਰਿਸ਼ ਹੋਵੇਗੀ ਅਤੇ ਇਹ ਉਸ ਦੀਆਂ ਛਿੱਕਾਂ ਮਾਰਦਿਆਂ ਵੀ ਪਤਾ ਲੱਗ ਜਾਂਦਾ ਕਿ ਅੱਜ ਮੀਂਹ ਪਵੇਗਾ। ਟੀਚਰ ਪਹਿਲਾਂ ਮੈਨੂੰ ਵੀ ਖਿਆਲ ਸੀ, ਪਰ ਪਿੱਛੋਂ ਡਾਕਟਰ ਨੇ ਦੱਸਿਆ ਕਿ ਲੱਖਾਂ ਦੇ ਵਿੱਚੋਂ ਇੱਕ ਅੱਧ ਇਨਸਾਨ ਕਈ ਵਾਰੀ ਕੁਦਰਤ ਦੇ ਕਿਸੇ ਵਰਤਾਰੇ ਨਾਲ ਸਿੱਧਾ ਜੁੜਿਆ ਹੁੰਦਾ, ਜਿਵੇਂ ਕਿ ਸੈਫੀ। ਮੌਸਮ ਖਰਾਬ ਹੋ ਕੇ ਜਦੋਂ ਮੀਂਹ ਪੈਣ ਦੀ ਤਿਆਰੀ ਕਰਦਾ ਤਾਂ ਕੁਦਰਤ ਸੈਫੀ ਦੇ ਸਰੀਰ ਨੂੰ ਵੀ ਸਿਗਨਲ ਦਿੰਦੀ ਹੈ ਅਤੇ ਫਿਰ ਇਹ ਮੌਸਮ ਮੁਤਾਬਕ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਟੀਚਰ ਸੰਤੁਸ਼ਟ ਹੋ ਗਈ, ਪਰ ਕਈ ਆਂਢੀ ਗੁਆਂਢੀ ਸੈਫੀ ਨੂੰ ਕਰਾਮਾਤੀ ਸਮਝਦੇ ਰਹੇ। ਖੈਰ, ਕੈਟਰੀਨਾ ਨੇ ਇਸ ਗੱਲ ਨੂੰ ਸੰਜੀਦਗੀ ਨਾਲ ਨਾ ਲਿਆ ਅਤੇ ਉਹ ਤਾਂ ਸਗੋਂ ਜਦੋਂ ਸੈਫੀ ਛਿੱਕਾਂ ਮਾਰਨੀਆਂ ਸ਼ੁਰੂ ਕਰ ਦਿੰਦੀ ਤਾਂ ਹੱਸ ਕੇ ਕਹਿ ਦਿੰਦੀ ਕਿ ਲਓ ਜੀ ਕੁਝ ਦੇਰ ਨੂੰ ਹੁਣ ਮੀਂਹ ਆਇਆ ਲਓ। ਪਿੱਛੋਂ ਤਾਂ ਸੈਫੀ ਦੀ ਇਸ ਗੱਲ ਆਪਣੇ ਦੋਸਤਾਂ ਦੇ ਵਿੱਚ ਵੀ ਮਸ਼ਹੂਰ ਹੋ ਗਈ। ਜਦੋਂ ਕਿਧਰੇ ਉਹ ਦੋਸਤਾਂ ਨਾਲ ਬਾਹਰ ਖੇਡ ਰਹੀ ਹੁੰਦੀ ਤਾਂ ਸੈਫੀ ਨੂੰ ਜਦੋਂ ਛਿੱਕਾਂ ਆਉਣੀਆਂ ਸ਼ੁਰੂ ਹੁੰਦੀਆਂ ਤਾਂ ਸਾਰੇ ਉਸਦੇ ਦੋਸਤ ਇਹ ਕਹਿ ਕੇ ਘਰਾਂ ਨੂੰ ਭੱਜ ਜਾਂਦੇ ਕਿ ਲਓ ਬਈ ਮੀਂਹ ਆ ਗਿਆ, ਬਚ ਲਓ ਜਿਸ ਤੋਂ ਬਚੀਦਾ। ਕਈ ਵਾਰੀ ਇਸ ਵਰਤਾਰੇ ਤੋਂ ਕੈਟਰੀਨਾ ਸੈਫੀ ਖੁਸ਼ ਵੀ ਹੁੰਦੀ ਅਤੇ ਕਈ ਵਾਰੀ ਸੈਡ ਉਦਾਸ ਵੀ ਹੁੰਦੀ ਕਿਉਂਕਿ ਇਹ ਇੱਕ ਸੱਚ ਉਸ ਦੇ ਨਾਲ ਜੁੜ ਗਿਆ ਸੀ। ਇੱਕ ਵਾਰੀ ਕੈਟਰੀਨਾ ਕਿਸੇ ਦੋਸਤ ਡਾਕਟਰ ਦੇ ਘਰ ਪਾਰਟੀ 'ਤੇ ਗਈ ਸੀ ਅਤੇ ਉੱਥੇ ਅਚਾਨਕ ਸੈਫੀ ਨੇ ਛਿੱਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਨੱਕ ਉਸ ਦਾ ਵਹਿਣ ਲੱਗਾ। ਕੈਟਰੀਨਾ ਨੇ ਉਸ ਡਾਕਟਰ ਨਾਲ ਗੱਲ ਕੀਤੀ। ਉਸ ਨੇ ਵੀ ਕੁਦਰਤ ਦੇ ਵਰਤਾਰੇ ਵਾਲੀ ਗੱਲ ਹੀ ਆਖੀ, ਪਰ ਨਾਲ ਹੀ ਉਹ ਕੁਝ ਸੋਚਦਾ ਬੋਲਿਆ, ਮਿਸ ਕੈਟਰੀਨਾ ਸੈਫੀ ਦੀ ਬਾਡੀ ਦੇ ਵਿੱਚ ਇਹ ਗੱਲ ਜੈਨੇਟਿਕ ਹੈ। ਤੁਹਾਡੇ ਘਰ ਦੇ ਵਿੱਚ ਕੋਈ ਅਜਿਹਾ ਵੱਡਾ ਜ਼ਰੂਰ ਹੋਵੇਗਾ ਜੋ ਇਸ ਤਰ੍ਹਾਂ ਦੇ ਵਰਤਾਰੇ ਦੇ ਵਿੱਚੋਂ ਗੁਜ਼ਰਦਾ ਹੋਵੇ। ਮੇਰਾ ਮਤਲਬ ਹੈ ਤੇਰਾ ਪਤੀ, ਤੇਰੇ ਮਾਪਿਆਂ 'ਚੋਂ ਕੋਈ। ਡਾਕਟਰ ਦੀ ਗੱਲ ਸੁਣ ਕੇ ਕੈਟਰੀਨਾ ਨੂੰ ਆਪਣੇ ਖਾਨਦਾਨ ਦਾ ਸਾਰਿਆਂ ਦਾ ਖਿਆਲ ਆਇਆ, ਪਰ ਉਸਨੂੰ ਕੋਈ ਵੀ ਅਜਿਹਾ ਨਾ ਦਿਸਿਆ ਜਿਸ ਦੇ ਲੱਛਣ
सिम्पटम सैफी दे नाल जुड़दे होण, छिक्का मारदे होण। ते फिर उसका ध्यान अपने परिवार तो गांह गया तो वो उदास हो गई। डॉक्टर ने उसके मोढे ते हथ फेरिया तो कटरीना संभल गई। खैर सैफी की इस बीमारी का कटरीना नूं फिक्र नहीं सी, उसनूं तां उसके मानसिक रोग का फिक्र सी जो दिनों दिन वध रहा सी। ते कई वारी कई हफ्ते सैफी ठीक रहिंदी पर अचानक बीमार हो जाती। उंज कटरीना वेखदी रहिंदी कि सैफी दियां भावें होर भी सहेलियां सन, पर गुआढ़ी पंजाबण परिवार दियां कुड़ियां दे नाल ओह बहुत घुल मिल के खुश हुंदी। कई वारी देर रात सैफी उन्हां पंजाबी दोस्तां दे घरे रहिंदी ते अजिहा भी कई वार होया कि सैफी उदास हुंदी तां कटरीना गुआढ़ रहिंदे पंजाबी परिवार दा दरवाजा खड़काउंदी, सैफी नूं उन्हां पंजाबीआं दे छड्ड आउंदी जां उन्हां पंजाबण कुड़ियां नूं अपने घरे लिआउंदी। सैफी उन्हां नाल घुल मिल के बिल्कुल दुरुस्त हो जांदी, उदासी चों निकल आउंदी। एक वार कटरीना सैफी दे नाल किधरे बाहर जांदी ਤਾਂ ਕਟਰੀਨਾ ਨੋਟ ਕਰਦੀ ਹੈ ਕਿ ਸੈਫੀ ਕੋਲੋਂ ਲੰਘਦੇ ਉਹਦੇ ਵਰਗੇ ਨੈਣ ਨਕਸ਼ ਵਾਲੇ ਪੰਜਾਬੀਆਂ ਵੱਲ ਬੜੀ ਗੌਰ ਅਤੇ ਰੀਝ ਨਾਲ ਨਿੱਠ ਕੇ ਵੇਖਦੀ। ਕਟਰੀਨਾ ਆਪੇ 'ਚੋਂ ਪਰਤੀ। ਸੈਫੀ ਦੇ ਸਕੂਲ ਦੀ ਬੱਸ ਜਾ ਚੁੱਕੀ ਸੀ ਅਤੇ ਉਹ ਵੀ ਤਿਆਰ ਹੋ ਕੇ ਕੰਮ 'ਤੇ ਚਲੀ ਗਈ। ਕੰਮ 'ਤੇ ਸਾਰਾ ਦਿਨ ਉਹ ਸੈਫੀ ਬਾਰੇ ਸੋਚਦੀ ਰਹੀ। ਇਸ ਮਾਮਲੇ 'ਚੋਂ ਅੱਗੇ ਕੀਤੇ ਜਾਣ ਵਾਲੇ ਕੰਮ ਦੀਆਂ ਵਿਉਂਤਾਂ ਬਣਾਉਣ ਲੱਗੀ। ਕੰਮ ਤੋਂ ਛੁੱਟੀ ਮਿਲਦਿਆਂ ਉਸਨੇ ਫੇਅਰਫੈਕਸ ਹਸਪਤਾਲ ਦੇ ਵਿੱਚ ਗਈ ਉਹ ਤੇ ਹਸਪਤਾਲ ਦੇ ਪਿਛਲੇ ਪਾਸੇ ਬਣੇ ਨਵੇਕਲੇ ਜਿਹੇ ਦਫ਼ਤਰ ਦੇ ਵਿੱਚ ਜਾ ਕੇ ਉਸਨੇ ਆਉਣ ਦਾ ਮਕਸਦ ਲਿਖਿਆ ਤੇ ਅਰਜੀ ਭਰੀ ਤੇ ਕਲਰਕ ਨੂੰ ਫੜਾ ਕੇ ਆਪਣੀ ਵਾਰੀ ਉਡੀਕਣ ਲੱਗੀ। ਉਸ ਦੀ ਨਿਗਾਹ ਸਾਹਮਣੇ ਲਿਖੇ ਦਫ਼ਤਰ ਤੇ ਜਾ ਪਈ। ਲਿਖਿਆ ਹੋਇਆ ਸੀ ਸਪਰਮ ਬੈਂਕ ਤੇ ਇਹ ਸਪਰਮ ਬੈਂਕ ਅੱਜ ਕੱਲ੍ਹ ਆਮ ਹੋ ਗਿਆ, ਖਾਸ ਕਰਕੇ ਪੰਜਾਬ ਦੇ ਵਿੱਚ, ਜਿਹਨੂੰ ਕਹਿ ਦਈਏ ਕਿ ਨਮਰਦਗੀ ਦਾ ਵਧਣਾ। ਇਹ ਪੜ੍ਹਦਿਆਂ ਵਿੱਕੀ ਡੋਨਰ ਇੱਕ ਫਿਲਮ ਵੀ ਹੈ ਇਸ ਮੁਤਲਕ, ਕਦੇ ਵੇਖਿਓ। ਇਹ ਪੜ੍ਹਦਿਆਂ ਉਸ ਦੀ ਸੋਚ ਪਿਛਾਂਹ ਨੂੰ ਮੁੜ ਗਈ, ਉਹ ਖਿਆਲਾਂ 'ਚ ਗੁਆਚ ਗਈ। ਉਸ ਨੂੰ ਉਹ ਵੇਲਾ ਯਾਦ ਆਇਆ ਜਦੋਂ ਉਹ ਇੰਗਲੈਂਡ ਰਹਿੰਦੀ ਸੀ। ਕੋਈ 20 ਕੁ ਵਰ੍ਹਿਆਂ ਦੀ ਗੱਲ ਹੋਏਗੀ। ਉਹ ਲੈਸਬੀਅਨ ਸੀ। ਉਸ ਦੀ ਰੁਚੀ ਬਚਪਨ ਤੋਂ ਹੀ ਇਹ ਸੀ ਤੇ ਕਾਲਜ ਪੜ੍ਹਦਿਆਂ ਪਿੱਛੋਂ ਉਸਨੇ ਆਪਣੀ ਸਹੇਲੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ, ਲੈਸਬੀਅਨ। ਕਈ ਸਾਲ ਗੁਜ਼ਰ ਗਏ ਪਰ ਅਚਾਨਕ ਉਸ ਦੇ ਅੰਦਰ ਤਬਦੀਲੀ ਆਉਣ ਲੱਗੀ। ਉਹਦੇ ਅੰਦਰ ਇੱਕ ਵੱਖਰੀ ਰੁਚੀ ਅੰਗੜਾਈਆਂ ਲੈਣ ਲੱਗੀ ਕਿ ਉਸਨੇ ਆਪਣੀ ਸਹੇਲੀ ਨੂੰ ਇਸ ਰੁਚੀ ਬਾਰੇ ਦੱਸਿਆ ਕਿ ਮੈਂ ਬੱਚਾ ਚਾਹੁੰਦੀ ਹਾਂ। ਤਾਂ ਕਟਰੀਨਾ ਦੀ ਸਹੇਲੀ ਨੇ ਉਸ ਨੂੰ ਵਰਜਿਆ, ਹੈਂ ਬੱਚਾ ਚਾਹੁੰਦੀ ਹਾਂ, ਤੂੰ ਪਾਗਲ ਤਾਂ ਨਹੀਂ ਹੋ ਗਈ? ਇਹ ਮੁਮਕਿਨ ਨਹੀਂ ਹੈ, ਕਿਉਂਕਿ ਮੈਂ ਆਪਣੀ ਜ਼ਿੰਦਗੀ ਇਸੇ ਤਰ੍ਹਾਂ ਕੱਢਣ ਦਾ ਫੈਸਲਾ ਕੀਤਾ ਹੈ। ਅਤੇ ਸਹੇਲੀ ਨੇ ਹੈਰਾਨੀ ਦੇ ਨਾਲ ਉਸ ਵੱਲ ਵੇਖਿਆ। ਪਰ ਤੈਨੂੰ ਕੀ ਇਤਰਾਜ਼ ਹੈ? ਇਹ ਕੰਮ ਤਾਂ ਮੇਰਾ ਹੋਵੇਗਾ, ਬੱਚਾ ਮੈਂ ਜੰਮਾਊਂਗੀ, ਕਟਰੀਨਾ ਨੇ ਦਾਅਵਾ ਕੀਤਾ। ਅਤੇ ਉਸ ਦੀ ਸਹੇਲੀ ਨੂੰ ਇਹ ਗੱਲ ਪਸੰਦ ਨਾ ਆਈ ਅਤੇ ਅਗਲੇ ਦਿਨ ਉਹਨਾਂ ਦੀ ਇਹ ਲੈਸਬੀਅਨ ਜੋੜੀ ਟੁੱਟ ਗਈ। ਕਟਰੀਨਾ ਇਕੱਲੀ ਰਹਿ ਗਈ, ਪਰ ਉਹ ਹੁਣ ਖੁਸ਼ ਸੀ ਕਿ ਉਹ ਆਪਣੀ ਮਨ ਦੀ ਕਰ ਸਕਦੀ ਹੈ, ਜਾਣੀ ਕਿ ਬੱਚਾ ਜਣ ਸਕਦੀ ਹੈ। ਆਪਣੀ ਚਾਹਤ ਬਾਰੇ ਉਸਨੇ ਹੋਰ ਡੂੰਘਾਈ ਨਾਲ ਸੋਚਣਾ ਸ਼ੁਰੂ ਕੀਤਾ ਤਾਂ ਦਿਲ 'ਚ ਆਵਾਜ਼ ਬਣੀ ਕਿ ਉਹ ਇੱਕ ਧੀ ਦੀ ਮਾਂ ਬਣੇ। ਅਤੇ ਅਗਲੇ ਹੀ ਦਿਨ ਉਸਨੇ ਪੁੱਛ ਪੜਤਾਲ ਸ਼ੁਰੂ ਕੀਤੀ ਅਤੇ ਆਖਰ ਉਹ ਇੱਕ ਦਿਨ ਸਪਰਮ ਬੈਂਕ ਪਹੁੰਚੀ। ਉੱਥੇ ਕਈ ਚੱਕਰ ਕੱਢਣ ਪਿੱਛੋਂ ਉਸ ਦੀ ਚਾਹਤ ਪੂਰੀ ਹੋਣ ਦਾ ਭਰੋਸਾ ਉਸਨੂੰ ਮਿਲਿਆ। ਇਸ ਲਈ ਡਾਕਟਰੀ ਕਾਰਵਾਈ ਸ਼ੁਰੂ ਹੋਈ। ਪਰ ਜਦੋਂ ਉਸਨੂੰ ਦੱਸਿਆ ਗਿਆ ਉਸਨੇ ਦੱਸਿਆ ਕਟਰੀਨਾ ਨੇ ਕਿ ਉਹ ਸਿਰਫ ਧੀ ਪੈਦਾ ਕਰਨਾ ਚਾਹੁੰਦੀ ਹੈ, ਤਾਂ ਬੈਂਕ ਮੈਨੇਜਮੈਂਟ ਨੇ ਉਸ ਨੂੰ ਜਵਾਬ ਦੇ ਦਿੱਤਾ ਅਤੇ ਕਿਹਾ ਕਿ ਬੱਚਾ ਪੈਦਾ ਕਰਨ ਦੀ ਖੁਆਇਸ਼ ਤਾਂ ਪੂਰੀ ਹੋ ਸਕਦੀ ਹੈ, ਪਰ ਉਹ ਧੀ ਜਾਂ ਪੁੱਤ ਦੀ ਗਰੰਟੀ ਨਹੀਂ ਦੇ ਸਕਦੇ। ਉਹਨਾਂ ਕੋਲ ਇਸ ਦਾ ਪ੍ਰਬੰਧ ਵੀ ਨਹੀਂ ਹੈ, ਨਾ ਹੀ ਯੂਕੇ ਦਾ ਕਾਨੂੰਨ ਇਸ ਗੱਲ ਦੀ ਆਗਿਆ ਦਿੰਦਾ ਹੈ। ਦੋਸਤੋ, ਟਿਵਾਣਾ ਰੇਡੀਓ ਦੀਆਂ ਤਰੰਗਾਂ 'ਤੇ ਤੁਸੀਂ ਇਸ ਵਕਤ ਆਨੰਦ ਮਾਣ ਰਹੇ ਹੋ ਹਰਮਿੰਦਰ ਗਿੱਲ, ਪ੍ਰਵਾਸੀ ਪੰਜਾਬੀ ਕਹਾਣੀਕਾਰ ਦੀ ਕਹਾਣੀ ਖੋਜ ਦਾ। ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਇਸ ਮੁਤਲਕ ਆਪਣੇ ਕਮੈਂਟ ਵੀ ਜ਼ਰੂਰ ਦਿਓ, ਆਪਣੇ ਵਿਚਾਰ ਜ਼ਰੂਰ ਦਿਓ। ਟਿਵਾਣਾ ਰੇਡੀਓ ਨੂੰ ਸੁਣਨ ਦੇ ਵਾਸਤੇ ਤੁਸੀਂ ਸਾਡੀਆਂ ਜਿਹੜੀਆਂ ਐਪਸ ਨੇ ਉਹ ਡਾਊਨਲੋਡ ਕਰ ਸਕਦੇ ਹੋ। tiwanaradio.com ਵੈਬਸਾਈਟ 'ਤੇ ਜਾ ਕੇ ਆਈਫੋਨ ਅਤੇ ਐਂਡਰਾਇਡ ਐਪਸ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਅਮਰੀਕਾ ਦੇ ਵਿੱਚੋਂ ਤਾਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਦੇ ਵਾਸਤੇ ਤੁਸੀਂ ਫ਼ੋਨ ਨੰਬਰ 667 930 9260 'ਤੇ ਕਾਲ ਕਰ ਸਕਦੇ ਹੋ, ਜਾਣੀ ਕਿ ਕਾਲ ਟੂ ਲਿਸਨ ਨੰਬਰ ਹੈ 667 930 9260। ਅਤੇ ਸਮਾਂ ਸਾਰਣੀ ਇਹ ਹੈ ਕਿ ਭਾਰਤੀ ਸਮਾਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਹਫ਼ਤੇ 'ਚ 6 ਦਿਨ, ਸਵੇਰੇ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਅਤੇ ਸ਼ਾਮ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ ਪਟਿਆਲਾ ਸਟੂਡੀਓ 'ਚੋਂ ਮੇਰੇ ਵੱਲੋਂ ਇਹ ਪ੍ਰੋਗਰਾਮ ਲਾਈਵ ਪੇਸ਼ ਕੀਤਾ ਜਾਂਦਾ ਹੈ, ਅਤੇ ਜਿਸ ਦੇ ਵਿੱਚ ਰਾਜਨੀਤਿਕ ਮਾਮਲਿਆਂ ਦੇ ਮਾਹਰ ਸੁਰਿੰਦਰ ਸਿੰਘ ਵੀ ਜੁੜਦੇ ਨੇ।
ਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨੀ ਹੋਵੇ ਜਾਂ ਮੇਰੇ ਨਾਲ ਇਸ ਕਹਾਣੀ ਮੁਤਲਕ ਜਾਂ ਵੈਸੇ ਗੱਲ ਕਰਨੀ ਹੋਵੇ ਤਾਂ 9876309655 'ਤੇ ਸੰਪਰਕ ਕਰ ਸਕਦੇ ਹੋ। ਆਪਣੀ ਗੱਲਬਾਤ ਚੱਲ ਰਹੀ ਸੀ ਕਿ ਲੈਸਬੀਅਨ ਰਹਿੰਦਿਆਂ ਜਦੋਂ ਕੈਟਰੀਨਾ ਨੇ ਆਪਣੀ ਉਸ ਸਹੇਲੀ ਦੇ ਨਾਲ ਜੋੜੀ ਤੋੜ ਲਈ ਤਾਂ ਉਸ ਦੀ ਖਾਹਿਸ਼ ਹੋਈ ਕਿ ਉਹ ਆਪਣੀ ਇੱਕ ਬੱਚਾ ਪੈਦਾ ਕਰੇ, ਆਪਣੀ ਕੁੱਖ 'ਚੋਂ ਆਪਣੀ ਧਿਆਣੀ ਪੈਦਾ ਕਰੇ, ਪਰ ਡਾਕਟਰਾਂ ਨੇ ਉਸ ਨੂੰ ਮਨਾ ਕਰ ਦਿੱਤਾ ਕਿ UK ਦਾ ਕਾਨੂੰਨ ਸਪਰਮ ਬੈਂਕ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਕਿ ਸਿਰਫ ਲੜਕੀ ਹੀ ਪੈਦਾ ਹੋਵੇ, ਨਾ ਉਹ ਇਸ ਦੀ ਗਰੰਟੀ ਦੇ ਸਕਦੇ ਨੇ। ਪਰ ਅਮਰੀਕਾ ਦੇ ਵਿੱਚ ਉਸ ਦੀ ਇਹ ਇੱਛਾ ਪੂਰੀ ਹੋ ਸਕਦੀ ਹੈ, ਜਾਣੀ ਕਿ ਉਹ ਇੱਕ ਧੀ ਨੂੰ ਜਨਮ ਦੇ ਸਕਦੀ ਹੈ, ਕਿਉਂਕਿ ਅਮਰੀਕਾ ਦੇ ਸਪਰਮ ਬੈਂਕ ਦੇ ਵਿੱਚ ਤੁਹਾਨੂੰ ਮੁੰਡੇ ਜਾਂ ਕੁੜੀ ਦੇ ਲਈ ਵੱਖਰੇ ਸਪਰਮ ਮੁਹੱਈਆ ਕਰਵਾਏ ਜਾਣ ਦੀ ਸਮਰੱਥਾ ਹੈ, ਸਹੂਲਤ ਹੈ। ਕੈਟਰੀਨਾ ਨੇ ਹੁਣ ਬਿਨਾਂ ਕੋਈ ਸੋਚਿਆ UK ਤੋਂ US ਦਾ ਰਾਹ ਲੱਭਣਾ ਸ਼ੁਰੂ ਕਰ ਦਿੱਤਾ। ਆਪਣੇ ਕੰਮ ਧੰਦੇ ਸਮੇਟ ਕੇ ਉਹ ਅਮਰੀਕਾ ਦੀ ਵਰਜੀਨੀਆ ਸਟੇਟ ਦੇ ਸ਼ਹਿਰ ਸੈਂਟਰਵਿਲ ਆ ਪੁੱਜੀ ਅਤੇ ਕੁਝ ਦੇਰ ਉੱਥੇ ਸੈੱਟ ਹੋਣ ਤੋਂ ਬਾਅਦ ਉਸ ਨੇ ਫਿਰ ਇੰਟਰਨੈੱਟ ਅਤੇ ਹੋਰ ਤਰੀਕਿਆਂ ਦੇ ਰਾਹੀਂ ਸਪਰਮ ਬੈਂਕਾਂ ਬਾਰੇ ਸੂਚਨਾ ਪ੍ਰਾਪਤ ਕਰਨੀ ਸ਼ੁਰੂ ਕਰੀ। ਜਦੋਂ ਉਹ ਪੈਸੇ ਟਕੇ ਤੋਂ ਸਮਰੱਥ ਹੋ ਗਈ ਤਾਂ ਉਸਨੇ ਇੱਕ ਦਿਨ ਜਾ ਕੇ ਬਣਦੀ ਫੀਸ ਸਪਰਮ ਬੈਂਕ ਦੇ ਵਿੱਚ ਜਮ੍ਹਾਂ ਕਰਾਈ ਅਤੇ ਕਾਰਵਾਈ ਸ਼ੁਰੂ ਕਰਵਾਈ। ਅਗਲੇ ਦਿਨ ਸਪਰਮ ਬੈਂਕ ਦੇ ਡਾਕਟਰਾਂ ਨੇ ਉਸ ਨੂੰ ਬੁਲਾਇਆ ਅਤੇ ਸਾਹਮਣੇ ਬਿਠਾਉਂਦਾ ਮੈਨੇਜਰ ਬੋਲਿਆ, ਮਿਸ ਕੈਟਰੀਨਾ, ਸਭ ਤਿਆਰੀਆਂ ਹੋ ਚੁੱਕੀਆਂ ਨੇ, ਤੇਰੀ ਇੱਛਾ ਹੈ ਕਿ ਤੇਰੇ ਲੜਕੀ ਪੈਦਾ ਹੋਵੇ, ਅਸੀਂ ਇਸ ਦਾ ਪ੍ਰਬੰਧ ਵੀ ਕਰ ਲਿਆ। ਭਾਵੇਂ ਅਸੀਂ 100% ਦੀ ਗਰੰਟੀ ਨਹੀਂ ਦਿੰਦੇ, ਪਰ ਲੱਖਾਂ 'ਚੋਂ ਇੱਕ ਅੱਧ ਕੇਸ ਹੀ ਸਾਡੀ ਤਕਨੀਕ ਦੇ ਉਲਟ ਹੁੰਦਾ। ਖੈਰ, ਤੂੰ ਭਰੋਸਾ ਕਰ ਸਕਦੀ ਹੈ ਕਿ ਤੇਰੇ ਧੀ ਹੀ ਪੈਦਾ ਹੋਵੇਗੀ। ਜੀ ਧੰਨਵਾਦ। ਕੈਟਰੀਨਾ ਤੋਂ ਖੁਸ਼ੀ ਨਹੀਂ ਸੀ ਸਾਂਭੀ ਜਾ ਰਹੀ, ਉਹ ਪੱਬਾਂ ਭਾਰ ਸੀ ਇਸ ਖੁਸ਼ੀ ਦੇ ਵਿੱਚ ਕਿ ਉਹ ਹੁਣ ਆਪਣੇ ਪੈਰ ਭਾਰੀ ਕਰੇਗੀ, ਜਾਣੀ ਕਿ ਗਰਭਵਤੀ ਹੋਵੇਗੀ। ਅਤੇ ਜੀ ਨਹੀਂ, ਮੈਨੂੰ ਕੋਈ ਪਰਵਾਹ ਨਹੀਂ, ਮੈਂ ਸਿਰਫ ਧੀ ਹੀ ਚਾਹੁੰਦੀ ਹਾਂ। ਪਰ ਡਾਕਟਰ ਨੇ ਉਸ ਨੂੰ ਕੁਝ ਸਵਾਲ ਪੁੱਛੇ ਕਿ ਇਹਨਾਂ ਗੱਲਾਂ ਦਾ ਸਾਡੇ ਕੋਲ ਪ੍ਰਬੰਧ ਹੈ, ਕੀ ਤੁਸੀਂ ਕਿਸੇ ਖਾਸ ਖਿੱਤੇ ਨਾਲ ਸੰਬੰਧਿਤ ਧੀ ਜੰਮਣਾ ਪਸੰਦ ਕਰੋਗੇ? ਮੇਰਾ ਮਤਲਬ ਹੈ ਤੁਹਾਡਾ ਬੱਚਾ, ਤੁਹਾਡੀ ਧਿਆਣੀ ਜਾਪਾਨੀ ਮੂਲ ਦੀ ਹੋਵੇ, ਚੀਨੀ ਹੋਵੇ, ਅਰਬੀ ਹੋਵੇ, ਇੰਡੀਅਨ ਪੰਜਾਬੀ ਹੋਵੇ। ਤਾਂ ਕੈਟਰੀਨਾ ਨੇ ਆਖਿਆ, ਮੈਨੂੰ ਇਸ ਦੀ ਪਰਵਾਹ ਨਹੀਂ, ਬਸ ਮੈਨੂੰ ਧੀ ਚਾਹੀਦੀ ਹੈ, ਭਾਵੇਂ ਕਿਸੇ ਵੀ ਖਿੱਤੇ ਨਾਲ ਸੰਬੰਧਿਤ ਵੀਰਜ ਮੈਨੂੰ ਮਿਲੇ। ਅਤੇ ਸਪਰਮ ਡੋਨਰ ਦਾ ਸਰੀਰਕ ਬਾਇਓਡਾਟਾ ਵੀ ਸਾਡੇ ਕੋਲ ਹੁੰਦਾ, ਜਿਵੇਂ ਲੰਬਾ, ਮਧਰਾ, ਦਰਮਿਆਨਾ, ਗੋਰਾ, ਕਾਲਾ, ਕਣਕ ਵੰਨਾ, ਅਕਹਿਰਾ, ਅਤੇ ਜਿਸ ਤਰ੍ਹਾਂ ਦਾ ਤੁਸੀਂ ਮਹਿਸੂਸ ਕਰਦੇ ਹੋ ਉਸ ਤਰ੍ਹਾਂ ਦਾ ਬੱਚਾ ਤੁਹਾਨੂੰ ਮਿਲ ਸਕਦਾ। ਇਹ ਅਸੀਂ ਸਹੂਲਤ ਵੀ ਆਪਣੇ ਵੀਰਜ ਬੈਂਕ ਦੇ ਵਿੱਚ ਦਿੰਦੇ ਹਾਂ। ਨਹੀਂ, ਸਭ ਕੁਝ ਕੁਦਰਤ 'ਤੇ ਰਹਿਣ ਦਿਓ, ਕੈਟਰੀਨਾ ਨੇ ਉਹਨਾਂ ਨੂੰ ਇਹ ਤਾਕੀਦ ਕੀਤੀ। ਵੈਸੇ ਬੱਚੇ ਦੇ ਪਿਓ ਬਾਰੇ ਥੋੜ੍ਹੀ ਬਹੁਤੀ ਜਾਣਕਾਰੀ ਅਸੀਂ ਪਿੱਛੋਂ ਵੀ ਦੇ ਸਕਦੇ ਹਾਂ। ਇੱਕ ਗੱਲ ਹੋਰ ਤੈਨੂੰ ਦੱਸਦੇ ਹਾਂ ਕਿ ਉਸ ਦਾ ਤੇਰੀ ਧੀ 'ਤੇ ਕੋਈ ਅਧਿਕਾਰ ਨਹੀਂ ਹੋਵੇਗਾ ਅਤੇ ਨਾ ਹੀ ਤੇਰੀ ਧੀ ਪ੍ਰਤੀ ਉਸ ਦੀ ਕੋਈ ਜ਼ਿੰਮੇਵਾਰੀ। ਧੀ ਸਿਰਫ ਤੇਰੀ ਹੀ ਹੋਵੇਗੀ। ਹਾਂ, ਇੰਨਾ ਜ਼ਰੂਰ ਹੈ ਕਿ ਉਸ ਦਾ ਬਾਇਓਲੋਜੀਕਲ ਫਾਦਰ ਉਹ ਹੋਵੇਗਾ, ਪਰ ਕਾਨੂੰਨਨ ਅਸੀਂ ਤੈਨੂੰ ਉਸ ਦਾ ਫੋਨ ਜਾਂ ਪਤਾ ਵਗੈਰਾ ਨਹੀਂ ਦੇ ਸਕਦੇ ਜਿਸ ਨੇ ਇਹ ਸਪਰਮ ਡੋਨੇਟ ਕੀਤਾ ਹੋਵੇ। ਕੈਟਰੀਨਾ ਨੇ ਆਖਿਆ ਕਿ ਮੈਨੂੰ ਸਭ ਮਨਜ਼ੂਰ ਹੈ। ਡਾਕਟਰ ਨੇ ਜੋ ਵੀ ਆਖਿਆ, ਕੈਟਰੀਨਾ ਸਿਰ ਹਿਲਾ ਕੇ ਹਾਮੀ ਭਰਦੀ ਗਈ ਅਤੇ ਆਖਰ ਹਲਕਾ ਜਿਹਾ ਆਪਰੇਸ਼ਨ ਹੋਇਆ ਅਤੇ ਕੈਟਰੀਨਾ ਪ੍ਰੈਗਨੈਂਟ ਹੋ ਗਈ। ਫਿਰ 2-4 ਹਫ਼ਤਿਆਂ ਪਿੱਛੋਂ ਉਹ ਚੈੱਕਅਪ ਲਈ ਆਉਂਦੀ ਅਤੇ ਆਖਰ 9 ਮਹੀਨੇ ਪੂਰੇ ਹੋਣ 'ਤੇ ਉਸਨੇ ਕਣਕ ਵੰਨੇ ਰੰਗ ਦੀ ਤਿੱਖੇ ਨੈਣ ਨਕਸ਼ਾਂ ਵਾਲੀ ਧੀ ਨੂੰ ਜਨਮ ਦਿੱਤਾ, ਜਿਸ ਦਾ ਨਾਂ ਉਸਨੇ ਸੈਫੀ ਰੱਖਿਆ। ਅਤੇ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਅਤੇ 2 ਕੁ ਦਿਨਾਂ ਦੀ ਸੈਫੀ ਨੂੰ ਲੈ ਕੇ ਉਹ ਹਸਪਤਾਲੋਂ ਘਰ ਆ ਗਈ। ਫਿਰ ਦਿਨ ਬੀਤਣ ਲੱਗੇ, ਸੈਫੀ ਵੱਡੀ ਹੋਣ ਲੱਗੀ ਅਤੇ ਪਹਿਲੀ ਗੱਲ ਉਸ ਦਾ ਛਿੱਕਾਂ ਲੱਗਣ ਅਤੇ ਨੱਕ ਵਗਣ ਵਾਲੀ ਮਾਮੂਲੀ ਮਰਜ਼ ਸੀ। ਕੁਝ ਦਿਨ ਮਗਰੋਂ ਮੀਂਹ ਪੈਣ ਵਾਲੀ ਗੱਲ ਸਾਹਮਣੇ ਆਉਂਦੀ ਗਈ। ਕੈਟਰੀਨਾ ਨੂੰ ਇਸ ਦੀ ਕੋਈ ਖਾਸ ਪਰੇਸ਼ਾਨੀ ਨਹੀਂ ਸੀ। ਉਹ ਤਾਂ ਸਗੋਂ ਖੁਸ਼ ਸੀ ਕਿ ਉਸ ਦੀ ਬੇਟੀ ਮੌਸਮ ਬਾਰੇ ਅਗਾਊਂ ਹੀ ਦੱਸ ਦਿੰਦੀ ਹੈ। ਪਰ ਦੂਜੀ ਗੱਲ ਜਿਸ ਨੇ ਉਸ ਨੂੰ ਪਰੇਸ਼ਾਨ ਕੀਤਾ ਕਿ ਜਿਉਂ-ਜਿਉਂ ਸੈਫੀ ਵੱਡੀ ਹੁੰਦੀ ਗਈ ਤਾਂ ਉਸ ਦੀ ਇਹ ਮਰਜ਼ ਵੱਧਦੀ ਗਈ, ਉਦਾਸ ਹੁੰਦੀ ਗਈ ਉਹ, ਅਤੇ ਆਪਣੇ ਬਾਇਓਲੋਜੀਕਲ ਫਾਦਰ ਦੇ ਨਾਲ ਜੁੜਨ ਦਾ ਸੋਚਦੀ ਗਈ, ਉਹਨਾਂ ਦੇ ਕਲਚਰ ਨਾਲ ਜੁੜਨ ਦਾ ਸੋਚਦੀ ਗਈ ਅਤੇ ਉਸ ਦੀ ਮਾਨਸਿਕ ਬਿਮਾਰੀ ਵੱਧਦੀ ਗਈ, ਜਿਸ ਕਾਰਨ ਕੈਟਰੀਨਾ ਨੂੰ ਉਸ ਨੂੰ ਮਨੋਵਿਗਿਆਨੀ ਕੋਲ ਲਿਆਉਣਾ ਪਿਆ। ਅਤੇ ਉਹਨਾਂ ਨੇ ਇਹ ਵੀ ਹੱਲ ਦੱਸ ਦਿੱਤਾ ਉਸ ਦਾ ਇਲਾਜ ਉਸ ਮਰਜ਼ ਦਾ ਕਿ ਇਹ ਉਦੋਂ ਹੀ ਠੀਕ ਹੋਏਗੀ ਜਦੋਂ ਇਹ ਆਪਣੇ ਅਸਲੀ ਪਿਓ ਨੂੰ ਮਿਲੇਗੀ। ਮੈਮ, ਤੇਰੀ ਵਾਰੀ ਆ ਗਈ ਹੈ। ਤਾਂ ਕਲਰਕ ਨੇ ਅਚਾਨਕ ਬੈਂਚ 'ਤੇ ਬੈਠੀ ਕੈਟਰੀਨਾ ਨੂੰ ਸੋਚਾਂ ਦੇ ਵਿੱਚੋਂ ਕੱਢਿਆ ਅਤੇ ਕੈਟਰੀਨਾ ਨੇ ਉੱਠ ਕੇ ਉਸ ਸਪਰਮ ਬੈਂਕ ਜਿੱਥੇ ਉਹ ਗਈ ਸੀ, ਜਿੱਥੋਂ ਉਸਨੇ ਸਪਰਮ ਲਿਆ ਸੀਗਾ, ਉਸ ਬੈਂਕ ਦੇ ਅੰਦਰ ਚਲੀ ਗਈ ਅਤੇ ਅਗਾਂਹ ਮੈਨੇਜਰ ਨੇ ਉਸ ਦੀ ਅਰਜ਼ੀ ਵਾਚੀ
ਤੇ ਕੋਲ ਇੱਕ ਪੁਰਾਣੀ ਫਾਈਲ ਉਸਦੇ ਰੱਖੀ ਹੋਈ ਸੀ। ਸਾਹਮਣੇ ਕੁਰਸੀ ਤੇ ਬੈਠ ਕੇ ਉਹ ਕੈਟਰੀਨਾ ਨੂੰ ਸਮਝਾਉਂਦਾ ਮੈਨੇਜਰ ਬੋਲਿਆ, ਮਿਸ ਕੈਟਰੀਨਾ, ਮੈਂ ਤੁਹਾਡੀ ਅਰਜ਼ੀ ਪੜ੍ਹ ਲਈ ਹੈ। ਤੂੰ ਇਸ 'ਚੋਂ ਲਿਖਿਆ ਕਿ ਤੁਸੀਂ ਆਪਣੀ ਧੀ ਦੇ ਵਾਸਤੇ ਦਾਨ ਸਪਰਮ ਡੋਨੇਟ ਕਰਨ ਵਾਲੇ ਦੇ ਬਾਰੇ ਜਾਣਨਾ ਚਾਹੁੰਦੇ ਹੋ। ਜੀ ਹਾਂ, ਇਹ ਸੰਭਵ ਨਹੀਂ ਹੈ ਕਿਉਂਕਿ ਆਹ ਤੁਹਾਡੇ ਨਾਲ ਕੀਤੇ ਐਗਰੀਮੈਂਟ ਦੀ ਕਾਪੀ ਮੇਰੇ ਕੋਲ ਹੈ। ਜਦੋਂ ਤੁਸੀਂ ਸਪਰਮ ਲਿਆ ਸੀਗਾ ਤੇ ਉਦੋਂ ਤੁਸੀਂ ਇਸ ਐਗਰੀਮੈਂਟ 'ਤੇ ਸਾਈਨ ਕੀਤੇ ਸੀ, ਸ਼ਰਤਾਂ ਲਿਖੀਆਂ ਸੀ। ਇਸ ਬਾਰੇ ਤੈਨੂੰ ਉਸ ਡੋਨਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਮੈਂ ਸਿਰਫ ਇੰਨਾ ਦੱਸ ਸਕਦਾ ਕਿ ਡੋਨਰ ਕੋਈ ਪੰਜਾਬੀ ਸੀ। ਇਹ ਗੱਲ ਸੁਣ ਕੈਟਰੀਨਾ ਉਦਾਸ ਹੋ ਗਈ। ਫਾਈਲਾਂ ਫਰੋਲ ਦਾ ਮੈਨੇਜਰ ਅੱਗੇ ਬੋਲਿਆ, ਡੋਨਰ ਦਾ ਨਾਂ ਤੇ ਕੁਝ ਜਾਣਕਾਰੀ ਹੋਰ ਸਿਰਫ ਤੇਰੀ ਧੀ ਹੀ ਲੈ ਸਕੇਗੀ, ਪਰ ਉਹ ਵੀ ਉਦੋਂ ਜਦੋਂ ਉਹ ਬਾਲਗ ਹੋ ਗਈ। ਬਾਲਗ ਹੋਣ ਦੀ ਗੱਲ ਸੁਣ ਕੇ ਕੈਟਰੀਨਾ ਨੂੰ ਕੁਝ ਤਸੱਲੀ ਹੋਈ, ਧਰਵਾਸ ਹੋਇਆ। ਉਹ ਉੱਠ ਕੇ ਘਰ ਆ ਗਈ। ਅੱਗੋਂ ਸੈਫੀ ਵੀ ਬੜੇ ਉਤਸ਼ਾਹ ਦੇ ਨਾਲ ਆਪਣੀ ਮਾਂ ਨੂੰ ਉਡੀਕ ਰਹੀ ਸੀ ਤੇ ਕੈਟਰੀਨਾ ਨੇ ਅੰਦਰ ਜਾਂਦਿਆਂ ਸੈਫੀ ਨੂੰ ਕਲਾਵੇ ਦੇ ਵਿੱਚ ਲਿਆ ਤੇ ਪਿਆਰ ਨਾਲ ਬੋਲੀ, ਮਾਮ, ਸਵੇਰ ਵੇਲੇ ਤੂੰ ਕਿਹਾ ਸੀ ਕਿ ਮੇਰੇ ਪਿਓ ਦੇ ਮੁਤਲਕ ਕੁਝ ਜਾਣਕਾਰੀਆਂ ਮੈਨੂੰ ਦੇਵੇਂਗੀ। ਕੀ ਜਾਣਕਾਰੀਆਂ ਨੇ? ਕੈਟਰੀਨਾ ਅਜੇ ਚੁੱਪ ਸੀ, ਪਰ ਸੈਫੀ ਉਸ 'ਤੇ ਖਿਹੜੇ ਪੈ ਗਈ। ਹਾਂ, ਜ਼ਰੂਰ ਦੱਸਾਂਗੀ ਬੇਟੀ। ਪਹਿਲੀ ਗੱਲ ਤਾਂ ਇਹ ਹੈ ਕਿ ਤੇਰਾ ਪਿਓ ਪੰਜਾਬੀ ਹੈ। ਅੱਛਾ, ਪੰਜਾਬੀ ਮਤਲਬ ਆਪਣੇ ਗੁਆਂਢੀ ਪੰਜਾਬੀਆਂ ਵਰਗਾ? ਮੇਰੀ ਕਮਲੀ ਧੀ ਗੁਆਂਢੀਆਂ ਵਰਗਾ ਹੀ, ਪਰ ਬਿਲਕੁਲ ਤੇਰੇ ਵਰਗਾ। ਹਾਂ, ਬਿਲਕੁਲ ਮੇਰੇ ਵਰਗਾ। ਮਾਂ, ਇਹ ਤਾਂ ਬੜੀ ਕਮਾਲ ਦੀ ਗੱਲ ਹੈ, ਪਰ ਉਹ ਕਿੱਥੇ ਹੈ? ਆਪਾਂ ਨੂੰ ਕਦੋਂ ਮਿਲੂਗਾ ਮੇਰਾ ਪਾਪਾ? ਵੇਖ ਬੇਟੀ, ਕਾਨੂੰਨਨ ਤਾਂ ਤੈਨੂੰ ਉਸ ਬਾਰੇ ਜਾਣਕਾਰੀ ਉਦੋਂ ਮਿਲੇਗੀ ਜਦੋਂ ਤੂੰ ਬਾਲਗ ਹੋ ਗਈ। ਅੱਛਾ, ਫਿਰ ਤਾਂ ਇਹ ਅੜਚਨ ਕੋਈ ਨਹੀਂ। ਅਗਲੇ ਸਾਲ ਮੈਂ ਬਾਲਗ ਹੋ ਜਾਣਾ। ਦੜੰਗੇ ਲਾਉਣ ਲੱਗੀ ਸੈਫੀ ਨੇ ਆਖਿਆ। ਸੈਫੀ ਨੂੰ ਇਹ ਸੁਣ ਕੇ ਚੰਗਾ ਲੱਗਾ ਕਿ ਅਗਲੇ ਸਾਲ ਉਹ ਆਪਣੇ ਪਿਓ ਨੂੰ ਮਿਲਣ ਦੇ ਕਾਬਲ ਹੋ ਜਾਵੇਗੀ। ਉਸ ਦਾ ਚਿਹਰਾ ਚਮਕ ਉੱਠਿਆ ਤੇ ਉਸਨੇ ਅਗਲਾ ਸਵਾਲ ਕੀਤਾ, ਮਾਮ, ਡੈਡ ਬਾਰੇ ਕੁਝ ਹੋਰ ਵੀ ਦੱਸੋ ਨਾ। ਕੈਟਰੀਨਾ ਨੇ ਉਸ ਦੇ ਮੂੰਹ ਵੱਲ ਵੇਖਿਆ ਤੇ ਉਸ ਨੂੰ ਬਾਹੋਂ ਫੜ ਕੇ ਆਪਣੇ ਕੋਲ ਬਿਠਾ ਲਿਆ ਤੇ ਹੌਲੀ-ਹੌਲੀ ਆਪਣੀ ਜ਼ਿੰਦਗੀ ਦੀਆਂ ਹੋਰ ਗੱਲਾਂ ਵੀ ਉਸ ਦੇ ਨਾਲ ਸਾਂਝੀਆਂ ਕਰਨ ਲੱਗੀ ਤੇ ਉਸ ਨੂੰ ਇਹ ਵੀ ਦੱਸ ਦਿੱਤਾ ਕਿ ਉਸ ਦਾ ਕੋਈ ਸਰੀਰਕ ਸੰਬੰਧ ਕਿਸੇ ਨਾਲ ਨਹੀਂ ਸੀ। ਸਿਰਫ ਸਪਰਮ ਬੈਂਕ ਦੇ ਰਾਹੀਂ ਉਸਨੇ ਉਸ ਨੂੰ ਪੈਦਾ ਕੀਤਾ। ਤੇ ਸੈਫੀ ਦਾ ਚਿਹਰਾ ਹੋਰ ਵੀ ਉਤਸ਼ਾਹ ਦੇ ਨਾਲ ਖਿੜ ਗਿਆ। ਆਪਣੀ ਮਾਂ ਦੇ ਕਿਰਦਾਰ ਬਾਰੇ ਜਿਹੜੇ ਕੁਐਸਚਨ ਸੀ ਉਸਦੇ ਮਨ ਦੇ ਵਿੱਚ, ਉਹ ਖਤਮ ਹੋ ਗਏ। ਮਾਂ, ਅੱਜ ਪਹਿਲੀ ਵਾਰੀ ਮੈਨੂੰ ਤੇਰੀਆਂ ਗੱਲਾਂ ਸੁਣ ਕੇ ਬਹੁਤ ਖੁਸ਼ੀ ਹੋਈ ਹੈ। ਪਹਿਲਾਂ ਮੈਂ ਕਈ ਵਾਰ ਕੁਝ ਹੋਰ ਸੋਚਦੀ ਸੀ ਤੇਰੇ ਤੇ ਮੇਰੇ ਪਿਓ ਦੇ ਰਿਸ਼ਤਿਆਂ ਬਾਰੇ, ਕਿ ਮੈਂ ਸ਼ਾਇਦ ਕਿਸੇ ਦੀ ਅਣਚਾਹੀ ਔਲਾਦ ਹਾਂ, ਪਰ ਹੁਣ ਮੈਨੂੰ ਤੇਰੇ ਤੇ ਫਖਰ ਹੈ। ਨਹੀਂ ਮੇਰੀ ਬੱਚੀ, ਤੂੰ ਮੇਰੀ ਪਿਆਰੀ ਧੀ ਹੈ। ਹੁਣ ਤੂੰ ਜਾਣ ਗਈ ਹੈ ਮੈਂ ਕਿੰਨੇ ਚਾਵਾਂ ਨਾਲ ਤੈਨੂੰ ਪ੍ਰਾਪਤ ਕੀਤਾ। ਪਰ ਹੁਣ ਤੈਨੂੰ ਇੱਕ ਗੱਲ ਯਾਦ ਰੱਖਣੀ ਹੋਵੇਗੀ ਸੈਫੀ, ਕਿ ਤੇਰੇ ਬਾਲਗ ਹੋਣ ਤੱਕ ਆਪਾਂ ਨੂੰ ਸਬਰ ਕਰਨਾ ਪੈਣਾ। ਕੋਈ ਗੱਲ ਨਹੀਂ ਮੋਮ, ਸੈਫੀ ਨੇ ਮੁਹੱਬਤ ਦੇ ਨਾਲ ਆਪਣੀ ਮਾਂ ਦਾ ਮੱਥਾ ਚੁੰਮਦਿਆਂ ਆਖਿਆ। ਵਕਤ ਬੀਤਣ ਲੱਗਾ ਤੇ ਆਖਰ ਕੈਟਰੀਨਾ ਨੇ ਸੈਫੀ ਦਾ 18ਵਾਂ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ। ਅਗਲੇ ਦਿਨ ਸੈਫੀ ਆਪਣੀ ਮਾਂ ਦੇ ਨਾਲ ਉਸੇ ਸਪਰਮ ਬੈਂਕ ਪਹੁੰਚੀ ਜਿੱਥੇ ਉਸਨੇ ਗਰਭ ਧਾਰਨ ਕੀਤਾ ਸੀ। ਲੋੜੀਂਦੇ ਫਾਰਮ ਵਗੈਰਾ ਭਰਨ ਤੋਂ ਬਾਅਦ ਉਸਨੂੰ ਪ੍ਰਿੰਟ ਹੋਇਆ ਕਾਗਜ਼ ਮਿਲਿਆ ਜਿਸ ਦੇ ਵਿੱਚ ਉਸਦੇ ਬਾਇਓਲੋਜੀਕਲ ਪਿਤਾ ਦੀ ਜਾਣਕਾਰੀ ਸੀ। ਕਾਗਜ਼ ਹੱਥ ਵਿੱਚ ਫੜਦਿਆਂ ਸੈਫੀ ਦੀਆਂ ਅੱਖਾਂ ਛਲਕ ਪਈਆਂ। ਉਸਨੇ ਬੰਦ ਕਾਗਜ਼ ਜੇਬ ਦੇ ਵਿੱਚ ਪਾ ਲਿਆ ਤੇ ਮਾਵਾਂ ਧੀਆਂ ਘਰ ਆ ਗਈਆਂ। ਸੈਫੀ ਨੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਦਿਆਂ ਕਾਗਜ਼ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ। ਉਸ ਦਾ ਦਿਲ ਧੜਕ ਕਰ ਰਿਹਾ ਸੀ ਤੇ ਉਸਨੇ ਆਪਣੇ ਮਨੋਭਾਵਾਂ 'ਤੇ ਜ਼ਬਤ ਰੱਖਦਿਆਂ ਕਾਗਜ਼ ਪੜ੍ਹਨਾ ਸ਼ੁਰੂ ਕਰ ਦਿੱਤਾ। ਉਸ 'ਤੇ ਲਿਖਿਆ ਸੀ, ਸਪਰਮ ਡੋਨੇਟ ਕਰਨ ਵਾਲੇ ਦਾ ਨਾਂ ਮਲਕੀਤ ਸਿੰਘ ਮੱਲਣ, ਕੱਦ 5 ਫੁੱਟ 11 ਇੰਚ, ਸਰੀਰ ਦਰਮਿਆਨਾ, ਰੰਗ ਕਣਕ ਵੰਨਾ, ਨੈਣ ਤਿੱਖੇ, ਨਕਸ਼ ਤਿੱਖੇ, ਅੱਖਾਂ ਤੇ ਵਾਲਾਂ ਦਾ ਰੰਗ ਕਾਲਾ, ਬਲੱਡ ਗਰੁੱਪ A ਪੋਜ਼ੀਟਿਵ, ਜਨਮ ਭੂਮੀ ਪੰਜਾਬ ਇੰਡੀਆ। ਸੈਫੀ ਨੇ ਇਹ ਸਭ ਕੁਝ ਪੜ੍ਹ ਕੇ ਕਾਗਜ਼ ਸੀਨੇ ਨਾਲ ਲਾ ਲਿਆ, ਜਿਵੇਂ ਉਸ ਨੂੰ ਲੱਗਿਆ ਹੋਵੇ ਕਿ ਉਸਨੇ ਆਪਣੇ ਪਿਓ ਦਾ ਕਾਫੀ ਸਾਰਾ ਨਿੱਘ ਹਾਸਲ ਕਰ ਲਿਆ ਤੇ ਉਹ ਜਿਵੇਂ ਆਪਣੇ ਪਿਓ ਦੀ ਬੁੱਕਲ ਦੇ ਵਿੱਚ ਹੋਵੇ। ਉਹ ਖਿਆਲਾਂ ਦੇ ਵਿੱਚ ਗੁਆਚਣ ਲੱਗੀ। ਉਸ ਦੀਆਂ ਹੰਝੂਆਂ ਅੱਖਾਂ ਦੇ ਵਿੱਚੋਂ ਪਰਲ ਹੰਝੂ ਵਹਿਣ ਲੱਗੇ ਤੇ ਉਹ ਭੁੱਬਾਂ ਮਾਰਨ ਲੱਗੀ। ਉਸ ਦਾ ਰੋਣਾ ਸੁਣ ਕੇ ਕੈਟਰੀਨਾ ਨੇ ਭੱਜ ਕੇ ਦਰਵਾਜ਼ਾ ਖੋਲ੍ਹਿਆ ਤੇ ਸੈਫੀ ਨੂੰ ਆਪਣੇ ਕਲਾਵੇ ਦੇ ਵਿੱਚ ਲਿਆ। ਸੈਫੀ ਦਾ ਰੋਣ ਕਿਲਕਾਰੀਆਂ ਦੇ ਵਿੱਚ ਬਦਲਣ ਲੱਗਾ। ਕੈਟਰੀਨਾ ਨੇ ਉਸਦੇ ਹੱਥ ਸਿਰ 'ਤੇ ਫੇਰਿਆ ਤੇ ਹੌਲੀ-ਹੌਲੀ ਸੈਫੀ ਸ਼ਾਂਤ ਹੁੰਦੀ ਗਈ। ਫਿਰ ਉਸਨੇ ਕਾਗਜ਼ ਮਾਂ ਦੇ ਹਵਾਲੇ ਕਰ ਦਿੱਤਾ। ਕਾਗਜ਼ 'ਤੇ ਲਿਖੀ ਜਾਣਕਾਰੀ ਪੜ੍ਹਦਿਆਂ ਕੈਟਰੀਨਾ ਵੀ ਖ਼ਾਬਾਂ ਦੇ ਵਿੱਚ ਗੁਆਚ ਗਈ ਤੇ ਕਾਗਜ਼ ਵਾਪਸ ਸੈਫੀ ਨੂੰ ਦਿੰਦਿਆਂ ਕੈਟਰੀਨਾ ਬੋਲੀ, ਵੇਖ ਮੇਰੀ ਧੀ, ਆਪਾਂ ਪਹਿਲਾ ਵੱਡਾ ਕੰਮ ਮੁਕਾ ਲਿਆ। ਤੇਰੇ ਕੋਲ ਤੇਰੇ ਪਿਓ ਦੀ ਸਾਰੀ ਜਾਣਕਾਰੀ ਹੈ। ਉਸ ਨੂੰ ਲੱਭਣਾ ਹੁਣ ਔਖਾ ਨਹੀਂ। ਪਰ ਮਾਮ, ਉਸ ਦਾ ਨਾਂ ਤਾਂ ਹੈ, ਉਸ ਦੇ ਖਿੱਤੇ ਦਾ ਪਤਾ ਹੈ। ਇਹ ਦੁਨੀਆ 'ਚ ਸਿਰਫ ਨਾਂ ਦੇ ਨਾਲ ਕਿਸੇ ਨੂੰ ਕਿਵੇਂ ਲੱਭਿਆ ਜਾ ਸਕਦਾ?
ਸੈਫੀ ਨੂੰ ਭਰੋਸਾ ਦਿੰਦਿਆਂ ਕੈਟਰੀਨਾ ਕਹਿਣ ਲੱਗੀ, ਤੂੰ ਰੱਬ 'ਤੇ ਭਰੋਸਾ ਰੱਖ, ਆਪਾਂ ਨੂੰ ਜ਼ਰੂਰ ਰਸਤਾ ਮਿਲੇਗਾ। ਮੇਰਾ ਦਿਲ ਕਹਿੰਦਾ ਕਿ ਆਪਾਂ ਛੇਤੀ ਹੀ ਤੇਰੇ ਪਿਓ ਨੂੰ ਲੱਭ ਲਵਾਂਗੇ। ਓਕੇ ਮਾਮ, ਜਿਵੇਂ ਤੂੰ ਕਹਿਨੀ ਆ ਠੀਕ ਹੈ, ਅੱਗੇ ਮੈਨੂੰ ਇਸ ਬਾਰੇ ਦੱਸ ਕਿ ਆਪਾਂ ਕੀ ਕਰੀਏ। ਕੈਟਰੀਨਾ ਨੇ ਅਗਲਾ ਕੰਮ ਸ਼ੁਰੂ ਕੀਤਾ ਅਤੇ ਅਗਲੇ ਹਫ਼ਤੇ ਉਹ ਮਾਵਾਂ ਧੀਆਂ ਸ਼ਾਮ ਨੂੰ ਕਾਪੀ ਪੈਨ ਲੈ ਕੇ ਬਹਿ ਗਈਆਂ। ਕੈਟਰੀਨਾ ਨੇ ਆਪਣੀ ਕਾਪੀ ਵਿਖਾਈ, ਜਿਸ ਦੇ ਵਿੱਚ ਉਸਨੇ ਅਮਰੀਕਾ ਦੇ ਵੱਖ-ਵੱਖ ਸੂਬਿਆਂ ਦੀਆਂ ਫੋਨ ਬੁੱਕਾਂ ਦੇ ਵਿੱਚੋਂ ਮਲਕੀਤ ਸਿੰਘ ਮੱਲਣ ਨਾਂ ਦੇ ਵਿਅਕਤੀਆਂ ਦੀ ਜਾਣਕਾਰੀ ਇਕੱਠੀ ਕੀਤੀ ਸੀ। ਉਹ ਸਮਝ ਗਈ ਕਿ ਮਲਕੀਤ ਸਿੰਘ ਵਿਅਕਤੀ ਦਾ ਪਹਿਲਾ ਨਾਂ ਹੈ ਅਤੇ ਮੱਲਣ ਲਾਸਟ ਭਾਵ ਕਿ ਗੋਤਰ। ਅਤੇ ਆਪਣੀ ਕਾਪੀ ਪਾਸੇ ਰੱਖਦਿਆਂ ਕੈਟਰੀਨਾ ਨੇ ਸੈਫੀ ਦੀ ਕਾਪੀ ਵੇਖੀ। ਉਹ ਹੈਰਾਨ ਰਹਿ ਗਈ ਕਿ ਸੈਫੀ ਨੇ ਤਾਂ ਸਾਰੀ ਕਾਪੀ ਭਰੀ ਹੋਈ ਸੀ। ਉਸ ਦੇ ਵਿੱਚ ਨਾਂ ਦਾ ਵਰਣਨ ਤਾਂ ਇੱਕ ਅੱਧ ਵਾਰੀ ਹੋਇਆ ਸੀ। ਜ਼ਿਆਦਾ ਉਸ ਦੇ ਵਿੱਚ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ, ਵਿਰਸੇ ਅਤੇ ਪੰਜਾਬੀ ਲੋਕਾਂ ਦੇ ਜੀਵਨ ਸ਼ੈਲੀ ਬਾਰੇ ਉਸਨੇ ਪਤਾ ਨਹੀਂ ਕਦੋਂ ਲਿਖਿਆ ਸੀ। ਆਪਣੇ ਪਿਓ ਦਾ ਨਾਂ ਜਾਂ ਆਪਣੇ ਪਿਓ ਦੇ ਬਾਰੇ ਪਤਾ ਲੱਗਣ ਤੋਂ ਪਹਿਲਾਂ ਵੀ ਉਸ ਦਾ ਪੰਜਾਬੀਆਂ ਨਾਲ ਜਿਹੜਾ ਲਗਾਅ ਸੀ, ਉਸ ਦੀ ਨੋਟਬੁੱਕ ਤੋਂ ਵੇਖ ਕੇ ਸੈਫੀ ਦੀ ਮਾਂ ਕੈਟਰੀਨਾ ਦੰਗ ਰਹਿ ਗਈ ਕਿ ਇਹ ਕੁਦਰਤੀ ਤੌਰ 'ਤੇ ਪੰਜਾਬੀਅਤ ਨੂੰ ਇੰਨਾ ਪਿਆਰ ਨਾਲ ਕਿਉਂ ਵਾਚਦੀ ਹੈ। ਅਤੇ ਕੈਟਰੀਨਾ ਸੈਫੀ ਦੇ ਮੂੰਹ ਵੱਲ ਵੇਖ ਕੇ ਹੱਸਦਿਆਂ ਹੱਸਦਿਆਂ ਬੋਲੀ, ਸੈਫੀ ਤੂੰ ਤਾਂ ਮੈਨੂੰ ਲੱਗਦਾ ਕਿ ਪੰਜਾਬੀ ਲੋਕਾਂ ਬਾਰੇ ਰਿਸਰਚ ਹੀ ਸ਼ੁਰੂ ਕਰ ਦਿੱਤੀ ਹੈ। ਹਾਂ ਹਾਂ ਮਾਮ, ਤੂੰ ਭਾਵੇਂ ਇਸ ਨੂੰ ਰਿਸਰਚ ਕਹਿ ਜਾਂ ਜੋ ਮਰਜ਼ੀ, ਪਰ ਇਹ ਗੱਲਾਂ ਜਾਣ ਕੇ, ਪੰਜਾਬੀਆਂ ਬਾਰੇ ਜਾਣ ਕੇ ਮੈਨੂੰ ਬਹੁਤ ਖੁਸ਼ੀ ਅਤੇ ਸਕੂਨ ਮਿਲਦਾ, ਤਸੱਲੀ ਮਿਲਦੀ ਹੈ। ਚੱਲ ਠੀਕ ਹੈ, ਆਪਾਂ ਅਗਲੇ ਹਫ਼ਤੇ ਹੁਣ ਤੇਰੇ ਪਿਤਾ ਬਾਰੇ ਲੱਭਣਾ ਸ਼ੁਰੂ ਕਰਾਂਗੇ। ਅਗਲੇ ਸ਼ਨੀਵਾਰ ਦੋਵੇਂ ਜਾਣੀਆਂ ਸ਼ਿਕਾਗੋ ਸ਼ਹਿਰ ਨੂੰ ਜਾਣ ਨੂੰ ਤਿਆਰ ਹੋਈਆਂ। ਉੱਥੇ ਉਹਨਾਂ ਦੇ ਨਾਂ ਦੇ ਵਿੱਚ ਮਲਕੀਤ ਸਿੰਘ ਮੱਲਣ ਨਾਂ ਦੇ ਕਿਸੇ ਵਿਅਕਤੀ ਦਾ ਪਤਾ ਉਹਨਾਂ ਨੂੰ ਮਿਲਿਆ ਸੀ। ਉਹ ਫਲਾਈਟ ਲੈ ਕੇ ਸ਼ਿਕਾਗੋ ਪੁੱਜੀਆਂ ਅਤੇ ਸ਼ਾਮੀ ਉਹ ਕਿਸੇ ਪੰਜਾਬੀ ਦੇ ਘਰ ਮੂਹਰੇ ਜਾ ਖੜੀਆਂ। ਘਰ ਦੇ ਮਾਲਕ ਨੇ ਬੂਹਾ ਖੋਲ੍ਹਿਆ। ਕੋਈ ਦਰਮਿਆਨੀ ਉਮਰ ਦਾ ਵਿਅਕਤੀ ਸੀ ਅਤੇ ਹੈਲੋ ਕਹਿੰਦਿਆਂ ਕੈਟਰੀਨਾ ਨੇ ਗੱਲ ਸ਼ੁਰੂ ਕੀਤੀ, ਇਹ ਮੇਰੀ ਬੇਟੀ ਸੈਫੀ ਹੈ, ਅਸਲ 'ਚ ਪੰਜਾਬੀ ਲੋਕਾਂ ਬਾਰੇ ਖੋਜ ਕਰ ਰਹੀ ਹੈ, ਆਓ ਆਓ ਲੰਘ ਆਓ। ਘਰ ਦਾ ਮਾਲਕ ਉਹਨਾਂ ਨੂੰ ਅੰਦਰ ਲੈ ਗਿਆ। ਥੋੜ੍ਹੀ ਦੇਰ ਗੱਲਾਂ ਬਾਤਾਂ ਕੀਤੀਆਂ ਅਤੇ ਉਸਨੇ ਇਸ ਘਰ ਦਾ ਫ਼ੋਨ ਨੰਬਰ 'ਤੇ ਪਤਾ ਲਗਾਇਆ ਕਿ ਇੱਥੇ ਕੋਈ ਮਲਕੀਤ ਸਿੰਘ ਮੱਲਣ ਰਹਿੰਦਾ ਹੈ। ਅਤੇ ਘਰ ਦੇ ਵਿੱਚ ਮਾਲਕ ਨੇ ਹਾਂ ਦੇ ਵਿੱਚ ਸਿਰ ਮਿਲਾਉਂਦਿਆਂ ਕਮਰੇ ਵੱਲ ਵੇਖਦਿਆਂ ਮਲਕੀਤ ਕਹਿ ਕੇ ਆਵਾਜ਼ ਮਾਰੀ ਅਤੇ ਸੈਫੀ ਸਾਰ ਹੋ ਕੇ ਕਮਰੇ ਦੇ ਦਰਵਾਜ਼ੇ ਵੱਲ ਵੇਖਣ ਲੱਗੀ। ਅੰਦਰੋਂ 20 ਸਾਲ ਦਾ ਮੁੰਡਾ ਉਹਨਾਂ ਕੋਲ ਆਇਆ। ਹਾਂ ਦੱਸੋ ਕੀ ਗੱਲ ਹੈ। ਸੈਫੀ ਦੀਆਂ ਅੱਖਾਂ ਦੀ ਚਮਕ ਬੁੱਝ ਗਈ ਉਸ ਦੀ ਉਮਰ ਵੇਖ ਕੇ, ਕਿਉਂਕਿ ਬਹਾਨਾ ਜਿਹਾ ਬਣਾਉਂਦਿਆਂ ਉੱਥੋਂ ਉੱਠ ਤੁਰੀਆਂ, ਕਿਉਂਕਿ ਸੈਫੀ ਦੇ ਮੁਤਾਬਕ ਜਿਸ ਤਰ੍ਹਾਂ ਸੈਫੀ 18 ਤੋਂ ਉੱਪਰ ਹੋ ਗਈ ਸੀ ਅਤੇ ਇਸ ਕਰਕੇ ਉਸ ਦਾ ਪਿਓ ਇੰਨੀ ਘੱਟ ਉਮਰ ਦਾ ਹਰਗਿਜ਼ ਨਹੀਂ ਹੋ ਸਕਦਾ। ਉਹ ਪਹਿਲੀ ਹੀ ਪ੍ਰੀਖਿਆ ਦੇ ਵਿੱਚੋਂ ਫੇਲ ਹੋਈਆਂ। ਅਗਲੇ ਦਿਨ ਉਹ ਫਲੋਰੀਡਾ ਦੇ ਸ਼ਹਿਰ ਟੈਂਪਾ ਵੱਲ ਜਾ ਰਹੀਆਂ ਸੀ ਅਤੇ ਸ਼ਾਮ ਜਿਹੇ ਉਹ ਇੱਕ ਪੰਜਾਬੀ ਦੇ ਘਰ ਪਹੁੰਚੀਆਂ ਅਤੇ ਅੱਗੇ 30 ਸਾਲ ਦੀ ਔਰਤ ਉਹਨਾਂ ਨੂੰ ਮਿਲੀ। ਜਦੋਂ ਪਤਾ ਲੱਗਿਆ ਕਿ ਇਹ ਕੁੜੀ ਪੰਜਾਬੀ ਕਲਚਰ ਬਾਰੇ ਖੋਜ ਕਰ ਰਹੀ ਹੈ ਤਾਂ ਉਹਨਾਂ ਨੂੰ ਚਾਅ ਚੜ੍ਹ ਗਿਆ। ਉਹਨਾਂ ਨੇ ਚੰਗੀ ਖਾਤਰਦਾਰੀ ਉਹਨਾਂ ਮਾਵਾਂ ਧੀਆਂ ਦੀ ਕੀਤੀ ਅਤੇ ਫਿਰ ਗੱਲਾਂ ਦੇ ਵਿੱਚ ਮਲਕੀਤ ਸਿੰਘ ਮੱਲਣ ਬਾਰੇ ਪੁੱਛਿਆ ਅਤੇ ਘਰ ਦੀ ਮਾਲਕਣ ਨੇ ਆਖਿਆ ਕਿ ਉਹ ਆਉਣ ਵਾਲਾ ਹੈ, ਤੁਸੀਂ ਉਸ ਨੂੰ ਮਿਲ ਕੇ ਜਾਇਓ। ਕੀ ਉਹ ਤੇਰਾ ਪਿਤਾ ਹੈ? ਕੈਟਰੀਨਾ ਨੇ ਉਸ ਨੂੰ ਵਿਚਕਾਰੋਂ ਪੁੱਛਦਿਆਂ, ਨਹੀਂ ਜੀ ਉਹ ਮੇਰਾ ਘਰ ਵਾਲਾ। ਕਿੰਨੀ ਉਮਰ ਹੈ? ਬਸ ਮੇਰੇ ਇੱਕ ਜਿੰਨੀ ਹੋਣੀ ਆ 30-32। ਇਹ ਸੁਣ ਕੇ ਸੈਫੀ ਅਤੇ ਕੈਟਰੀਨਾ ਫਿਰ ਉਦਾਸ ਹੋ ਗਈਆਂ ਅਤੇ ਬੱਸ ਰਾਹੀਂ ਉਹ ਰਾਤੋਂ ਰਾਤ ਵਰਜੀਨੀਆ ਵਾਪਸ ਮੁੜੀਆਂ ਅਤੇ ਰਾਹ ਦੇ ਵਿੱਚ ਉਹਨਾਂ ਕੋਈ ਗੱਲ ਨਾ ਕੀਤੀ। ਘਰ ਆ ਕੇ ਵੀ ਉਹ ਉਦਾਸ ਰਹੀਆਂ। ਉਹਨਾਂ ਨੂੰ ਲੱਗਿਆ ਕਿ ਖੋਜ ਬਹੁਤ ਸਿਰ ਖਪਾਊ ਹੋ ਸਕਦੀ ਹੈ। ਮਾਮ ਇਸ ਤਰ੍ਹਾਂ ਪਤਾ ਨਹੀਂ ਕਿੰਨੇ ਆਦਮੀ ਹੋਣਗੇ, ਆਪਾਂ ਉਸ ਨੂੰ ਕਿਵੇਂ ਲੱਭਾਂਗੇ। ਅਜੇ ਤਾਂ ਆਪਾਂ ਇੱਕ ਕਦਮ ਨਹੀਂ ਤੁਰੀਆਂ ਸੈਫੀ, ਤੂੰ ਹੁਣੇ ਘਬਰਾ ਗਈਆਂ, ਹੌਸਲਾ ਰੱਖ, ਆਪਾਂ ਜ਼ਰੂਰ ਤੇਰੇ ਪਿਓ ਨੂੰ ਲੱਭਾਂਗੇ। ਅਤੇ ਕੈਟਰੀਨਾ ਨੇ ਭਾਵੇਂ ਸੈਫੀ ਦਾ ਦਿਲ ਧਰਾਇਆ, ਪਰ ਉਹ ਖੁਦ ਵੀ ਮਾਯੂਸ ਸੀ ਕਿ ਕੰਮ ਬਹੁਤ ਔਖਾ ਹੈ ਮਲਕੀਤ ਸਿੰਘ ਮੱਲਣ ਨੂੰ ਮਿਲਣ ਦਾ। ਅਤੇ ਇਸ ਤਰ੍ਹਾਂ 2 ਹਫ਼ਤਿਆਂ ਪਿੱਛੋਂ ਉਹ ਫਿਰ ਸਟੇਟ ਨਿਊਯਾਰਕ ਦੇ ਵਿੱਚ ਕਿਸੇ ਘਰ ਗਈਆਂ ਅਤੇ ਉੱਥੇ ਵੀ ਮਲਕੀਤ ਸਿੰਘ ਮੱਲਣ ਨਾਂ ਦਾ ਵਿਅਕਤੀ ਰਹਿ ਰਿਹਾ ਸੀ ਅਤੇ ਦਰਮਿਆਨੀ ਉਮਰ ਦੀ ਔਰਤ ਸੀ, ਪਰ ਖਾਮੋਸ਼ੀ ਅਤੇ ਉਦਾਸੀ ਛਾਈ ਹੋਈ ਸੀ। ਅਤੇ ਘਰ ਦੀ ਮਾਲਕਣ ਨੇ ਔਖ ਮੰਨਦਿਆਂ ਉਹਨਾਂ ਨੂੰ ਘਰੇ ਬੁਲਾ ਲਿਆ ਅਤੇ ਸੈਫੀ ਦੇ ਚਿਹਰੇ ਵੱਲ ਗੌਰ ਨਾਲ ਵੇਖਦਿਆਂ ਉਸ ਦੇ ਦਿਲ ਦੇ ਵਿੱਚ ਨਰਮੀ ਪੈਦਾ ਹੋ ਗਈ। ਸੈਫੀ ਨੇ ਦੱਸਿਆ ਕਿ ਉਹ ਪੰਜਾਬੀ ਕਲਚਰ ਬਾਰੇ ਖੋਜ ਕਰ ਰਹੀ ਹੈ ਅਤੇ ਔਰਤ ਨੇ ਕਿਹਾ ਕਿ ਉਹ ਸਵਾਲ ਪੁੱਛਦੀ ਜਾਵੇ ਅਤੇ ਉਸ ਨੂੰ ਉੱਤਰ ਦਿੰਦੀ ਜਾਵੇਗੀ। ਅਤੇ ਅਚਾਨਕ ਸੈਫੀ ਦੀ ਨਜ਼ਰ ਕੰਧ 'ਤੇ ਟੰਗੀ ਫੋਟੋ ਵੱਲ ਪਈ। ਉਸ ਦੇ ਦਿਲ ਦੇ ਵਿੱਚ ਆਸ ਜਾਗੀ, ਚਿਹਰੇ 'ਤੇ ਰੌਣਕ, ਅਤੇ ਉਸ ਘਰ ਦੀ ਔਰਤ ਦਾ ਧਿਆਨ ਫੋਟੋ ਵੱਲ ਦਵਾਉਂਦਿਆਂ ਪੁੱਛਿਆ, ਮੈਮ ਇਹ ਫੋਟੋ ਕਿਸ ਦੀ ਹੈ ਜਿਸ 'ਤੇ ਹਾਰ ਟੰਗਿਆ? ਇਹ ਮੇਰਾ ਘਰ ਵਾਲਾ ਸੀ ਜੋ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ। ਸੈਫੀ ਦਾ ਅਚਾਨਕ ਦਿਲ ਉਛਲਿਆ ਅਤੇ ਉਸ ਦਾ ਰੋਣ ਨਿਕਲ ਆਇਆ ਅਤੇ ਕੈਟਰੀਨਾ ਨੇ ਸੈਫੀ ਨੂੰ ਹੌਸਲਾ ਦੇ ਕੇ ਉਠਾਇਆ ਅਤੇ ਬਾਹਰ ਆ ਗਈ ਅਤੇ ਉਸ ਨੂੰ ਚੁੱਪ ਕਰਾਉਂਦਿਆਂ ਬੋਲੀ,
जरा तू मेरे नाल तां आ। सैफी दा हत्थ फड़ो वापस दरवाजे 'ਚ खड़ी घर ਦੀ ਮਾਲਕਣ ਕੋਲ ਆ ਗਈ। ਹੌਲੀ ਜਿਹੇ ਪੁੱਛਿਆ, ਜੇ ਤੁਸੀਂ ਬੁਰਾ ਨਾ ਮੰਨੋ, ਇਹ ਦੱਸ ਸਕਦੇ ਹੋ ਕਿ ਤੁਸੀਂ ਮੀਆਂ ਬੀਵੀ ਕਿੰਨਾ ਚਿਰ ਤੋਂ ਪਹਿਲਾਂ ਪੰਜਾਬ ਤੋਂ ਆ ਕੇ ਇੱਥੇ ਵਸੇ ਹੋ? ਅਸੀਂ 10 ਸਾਲ ਪਹਿਲਾਂ ਆਏ ਸੀ ਜੀ। ਧੰਨਵਾਦ ਕਹਿੰਦੇ ਆ ਕੈਟਰੀਨਾ ਨੇ ਸੈਫੀ ਨੂੰ ਨਾਲ ਤੋਰ ਲਿਆ ਤੇ ਬਾਹਰ ਸੜਕ ਤੇ ਆ ਗਈ ਤੇ ਦੱਸਿਆ ਕਿ ਨਹੀਂ, ਇਹ ਉਹ ਨਹੀਂ ਹੋ ਸਕਦੇ ਕਿਉਂਕਿ ਇਹ ਤਾਂ 10 ਸਾਲ ਪਹਿਲਾਂ ਅਮਰੀਕਾ ਆਏ ਨੇ, ਇਸ ਕਰਕੇ ਇਹ ਤੇਰੇ ਬਾਇਓਲੋਜੀਕਲ ਫਾਦਰ ਨਹੀਂ ਹੋ ਸਕਦੇ। ਤੇ ਸੈਫੀ ਵੀ ਉਸ ਵਰਤਾਰੇ ਨੂੰ ਸਮਝ ਗਈ ਤੇ ਸੈਫੀ ਨੂੰ ਇਹ ਗੱਲ ਸਮਝ ਲੱਗੀ। ਉਸਨੇ ਆਪਾ ਆਪ ਸੰਭਾਲਿਆ ਤੇ ਉਸਨੂੰ ਆਪਣੀ ਖੋਜ ਵਿਧੀ ਦੀਆਂ ਹੋਰ ਨੁਕਤਿਆਂ ਤੇ ਉਸਨੇ ਨਿਗਾਹ ਮਾਰਨੀ ਸ਼ੁਰੂ ਕਰ ਦਿੱਤੀ ਤੇ ਅਗਲੇ ਹੀ ਪਲ ਉਸ ਨੂੰ ਲਗਾਤਾਰ ਛਿੱਕਾਂ ਆਉਣੀਆਂ ਸ਼ੁਰੂ ਹੋ ਗਈਆਂ। 18ਵੀਂ ਛਿੱਕਾਂ ਮਾਰ ਕੇ ਸੈਫੀ ਨੇ ਮੂੰਹ ਉਤਾਂਹ ਕੀਤਾ, ਨੈਪਕਿਨ ਨਾਲ ਚਿਹਰਾ ਮੋਹਰਾ ਸਾਫ਼ ਕੀਤਾ ਤੇ ਉਸਦੇ ਨੱਕ 'ਚੋਂ ਪਾਣੀ ਵਹਿਣ ਲੱਗਾ। ਨੱਕ ਸਾਫ਼ ਕਰਦੀ ਸੈਫੀ ਨੇ ਆਪਣਾ ਬੈਗ ਚੁੱਕਿਆ ਤੇ ਤੁਰਨ ਲਈ ਤਿਆਰ ਹੋਈ ਤੇ ਉਦੋਂ ਹੀ ਉੱਪਰ ਵੱਲ ਵੇਖਦੀ ਕੈਟਰੀਨਾ ਬੋਲੀ, ਅਸਮਾਨ 'ਚ ਬੱਦਲ ਵੀ ਇਕੱਠੇ ਹੋ ਰਹੇ ਨੇ ਤੇ ਤੂੰ ਦੱਸ ਵੀ ਦਿੱਤਾ ਕਿ ਮੀਂਹ ਆਉਣ ਵਾਲਾ, ਆਓ ਆਪਾਂ ਛੇਤੀ ਹੋਟਲ ਪਹੁੰਚੀਏ। ਖੈਰ ਉਹ ਮਾਵਾਂ ਧੀਆਂ ਟੈਕਸੀ ਲੈ ਕੇ ਮੁੜ ਹੋਟਲ ਆ ਗਈਆਂ। ਰਸਤੇ ਦੇ ਵਿੱਚ ਮੀਂਹ ਸ਼ੁਰੂ ਹੋ ਚੁੱਕਿਆ ਸੀ ਤੇ ਰਾਤ ਉਹ ਹੋਟਲ 'ਚ ਰੁਕੀਆਂ ਤੇ ਅਗਲੇ ਦਿਨ ਉਹਨਾਂ ਬਸਟਨ ਤੋਂ 30 ਕਿਲੋਮੀਟਰ ਦੂਰ ਇੱਕ ਨਿੱਕੇ ਜਿਹੇ ਸ਼ਹਿਰ ਰਾਈਓਵਿਲ ਜਾਣਾ ਸੀ ਤੇ ਅਗਲੇ ਦਿਨ ਐਤਵਾਰ ਸੀ ਤੇ ਉਹ ਦੁਪਹਿਰੇ ਹੀ ਰਾਈਓਵਿਲ ਸ਼ਹਿਰ ਵਾਸਤੇ ਕਿਸੇ ਮਲਕੀਤ ਸਿੰਘ ਮੱਲਣ ਦੇ ਘਰ ਪਹੁੰਚੀਆਂ। ਸੈਫੀ ਨੇ ਆਉਣ ਦਾ ਕਾਰਨ ਦੱਸਿਆ ਤੇ ਘਰ ਦਾ ਮਾਲਕ ਔਖ ਜਿਹੀ ਮੰਨਦਾ ਉਹਨਾਂ ਨੂੰ ਅੰਦਰ ਲੈ ਗਿਆ ਤੇ ਕੈਟਰੀਨਾ ਨੇ ਉਸ ਵੱਲ ਹੋਰੋਂ ਜਿਹੇ ਵੇਖਿਆ ਤੇ ਇੰਨੇ ਨੂੰ ਘਰ ਦੀ ਮਾਲਕਣ ਆ ਗਈ ਜੋ ਕਿ ਮਲਕੀਤ ਸਿੰਘ ਮੱਲਣ ਦੀ ਮਾਂ ਸੀ। ਥੋੜ੍ਹੀ ਬਹੁਤੀ ਗੱਲਬਾਤ ਹੋਈ। ਕੈਟਰੀਨਾ ਨੇ ਉਸ ਦੀ ਮਾਂ ਨੂੰ ਪੁੱਛਿਆ ਕਿ ਉਸ ਦੀ ਨੂੰਹ ਮਿਲ ਸਕਦੀ ਹੈ। ਮਾਂ ਨੇ ਸਿਰਫ ਨਾ ਮਾਰਦਿਆਂ ਆਖਿਆ ਕਿ ਉਸਦੇ ਪੁੱਤਰ ਨੇ ਵਿਆਹ ਨਹੀਂ ਕਰਵਾਇਆ ਤੇ ਇਸ ਤੋਂ ਪਹਿਲਾਂ ਕਿ ਕੈਟਰੀਨਾ ਇਸ ਦਾ ਕਾਰਨ ਪੁੱਛਦੀ, ਮਲਕੀਤ ਸਿੰਘ ਵੱਲ ਧਿਆਨ ਨਾਲ ਉਸਨੇ ਵੇਖਿਆ। ਉਹ ਹੋਰ ਹੀ ਤਰ੍ਹਾਂ ਮਟਕ ਕੇ ਤੁਰਦਾ, ਲੱਕ ਜਿਹਾ ਹਿਲਾਉਂਦਾ ਤੇ ਉਹਨਾਂ ਵਾਸਤੇ ਜੂਸ ਲੈ ਆਇਆ। ਉਸ ਦੇ ਮਜਾਜਣਾ ਵਰਗੇ ਤੌਰ ਤਰੀਕੇ ਵੇਖ ਕੇ ਕੈਟਰੀਨਾ ਨੇ ਸੈਫੀ ਨੂੰ ਇਸ਼ਾਰਾ ਕੀਤਾ। ਉਹ ਬਿਨਾਂ ਜੂਸ ਪੀਤੇ ਉੱਠ ਖੜੀਆਂ ਹੋਈਆਂ ਤੇ ਘਰੋਂ ਬਾਹਰ ਨਿਕਲ ਗਈਆਂ। ਜਾਣੀ ਕਿ ਉਸ ਦੀ ਤੋਰ ਤੋਂ ਵੀ ਲੱਗਦਾ ਸੀ ਕਿ ਉਹ ਵੀ ਸ਼ਾਇਦ ਗੇ ਟਾਈਪ ਸੀਗਾ, ਜਾਣੀ ਕਿ ਅਤੇ ਇਸ ਕਰਕੇ ਉਹ ਸਮਝ ਗਿਆ ਕਿ ਇਹ ਵੀਰਜਦਾਨੀ ਨਹੀਂ ਹੋ ਸਕਦਾ। ਰਾਤ ਨੂੰ ਉਹ ਵਰਜੀਨੀਆ ਵਾਪਸ ਮੁੜੀਆਂ। 2 ਹਫ਼ਤੇ ਲੰਘ ਗਏ। ਇਸ ਵਿਸ਼ੇ 'ਤੇ ਉਹਨਾਂ ਦੇ ਦਰਮਿਆਨ ਕੋਈ ਗੱਲ ਨਾ ਹੋਈ। ਸੈਫੀ ਡਾਢੀ ਉਦਾਸ ਸੀ। ਇਹੋ ਹਾਲ ਕੈਟਰੀਨਾ ਦਾ ਸੀ ਤੇ ਉਹਨਾਂ ਦੀਆਂ ਤੇ ਉਸਨੇ ਆਪਣੀਆਂ ਭਾਵਨਾਵਾਂ ਸੈਫੀ ਤੋਂ ਲੁਕਾ ਰੱਖੀਆਂ ਸਨ। ਇਸ ਤਰ੍ਹਾਂ ਮਹੀਨਾ ਲੰਘ ਗਿਆ, ਅੱਗੇ ਛੁੱਟੀਆਂ ਆ ਗਈਆਂ ਤੇ ਫਿਰ ਤੋਂ ਉਹਨਾਂ ਨੇ ਆਪਣੀ ਮੁਹਿੰਮ ਸ਼ੁਰੂ ਕੀਤੀ। ਇਸ ਟੂਰ ਦਰਮਿਆਨ ਉਹਨਾਂ 3 ਘਰਾਂ ਦੇ ਵਿੱਚ ਜਾ ਕੇ ਇਸ ਦੀ ਖੋਜ ਕੀਤੀ ਪਰ ਕੋਈ ਨਤੀਜਾ ਨਾ ਮਿਲਿਆ। ਉਹ ਵਾਪਸ ਘਰ ਆਈਆਂ। ਲੱਗਦਾ ਸੀ ਕਿ ਦੋਵੇਂ ਥੱਕ ਚੁੱਕੀਆਂ ਨੇ। ਕੈਟਰੀਨਾ ਨੂੰ ਲੱਗਣ ਲੱਗਾ ਸੀ ਕਿ ਸੈਫੀ ਤੋਂ ਮਾਨਸਿਕ ਰੋਗ ਹੁਣ ਭਾਰੂ ਹੋ ਜਾਵੇਗਾ। ਉਹ ਲਾਚਾਰ ਸੀ ਪਰ ਫਿਰ ਵੀ ਉਸਨੇ ਉਮੀਦ ਨਹੀਂ ਛੱਡੀ। ਇੱਕ ਦਿਨ ਕੈਟਰੀਨਾ ਨੇ ਸੈਫੀ ਨੂੰ ਦੱਸਿਆ ਕਿ ਉਹ ਅਗਲੇ ਹਫ਼ਤੇ ਕੈਲੀਫੋਰਨੀਆ ਦੇ ਕਿਸੇ ਛੋਟੇ ਜਿਹੇ ਕਸਬੇ ਕਰਦਰਜ਼ ਜਾਣਗੀਆਂ, ਜਿੱਥੇ ਉਹਨਾਂ ਨੂੰ ਪਤਾ ਲੱਗਾ ਕਿ ਉੱਥੇ ਮਲਕੀਤ ਸਿੰਘ ਮੱਲਣ ਨਾਂ ਦਾ ਕੋਈ ਬੰਦਾ ਰਹਿੰਦਾ ਹੈ। ਸੈਫੀ ਨੇ ਬਿਨਾਂ ਕਿਸੇ ਉਤਸ਼ਾਹ ਦੇ ਕਹਿ ਦਿੱਤਾ, ਠੀਕ ਹੈ। ਐਤਵਾਰ ਨੂੰ ਉਹ ਅਗਲੇ ਦਿਨ ਡੈਲਸ ਏਅਰਪੋਰਟ ਤੋਂ ਫਲਾਈਟ ਲੈ ਕੇ ਤਕਰੀਬਨ 6 ਘੰਟੇ ਦਾ ਹਵਾਈ ਸਫ਼ਰ ਕਰਕੇ ਸਨ ਹੌਜੇ ਉਹ ਪੁੱਜੀਆਂ ਤੇ ਉਹਨਾਂ ਮਾਵਾਂ ਧੀਆਂ ਨੇ ਕਾਰ ਕਿਰਾਏ 'ਤੇ ਲੈਂਦਿਆਂ ਕਦਰਜ਼ ਸ਼ਹਿਰ ਦਾ ਰੁੱਖ ਕੀਤਾ ਤੇ ਘੰਟੇ ਭਰ ਦੇ ਸਫ਼ਰ ਪਿੱਛੋਂ ਉਹ ਕਰਦਰਜ਼ ਕਸਬੇ ਦੇ ਬਾਹਰ ਕਿਸੇ ਅੰਗੂਰਾਂ ਵਾਲੇ ਬਾਗ 'ਤੇ ਬਣੇ ਫਾਰਮ ਹਾਊਸ 'ਤੇ ਜਾ ਪੁੱਜੀਆਂ। ਘਰ ਵਾਲਿਆਂ ਨੇ ਉਹਨਾਂ ਦੀ ਚੰਗੀ ਸੇਵਾ ਕੀਤੀ, ਪੰਜਾਬੀਆਂ ਦਾ ਜਿਵੇਂ ਸੁਭਾਅ ਹੁੰਦਾ ਹੈ। ਤੇ ਸੈਫੀ ਨੇ ਆਪਣੇ ਆਉਣ ਦਾ ਕਾਰਨ ਦੱਸਿਆ ਤੇ ਸਾਹਮਣੇ ਬੈਠਾ 75 ਕੁ ਵਰ੍ਹਿਆਂ ਦਾ ਬਜ਼ੁਰਗ ਹੈਰਾਨ ਹੋ ਕੇ ਉਹਨਾਂ ਵੱਲ ਝਾਕਿਆ ਕਿ ਉਹਨਾਂ ਨੂੰ ਪੰਜਾਬੀਅਤ ਬਾਰੇ ਰਿਸਰਚ ਕਰਨ ਦੇ ਲਈ ਇੰਨੀ ਦੂਰ ਆਉਣ ਦੀ ਕੀ ਜ਼ਰੂਰਤ ਸੀ। ਗੱਲਾਂ ਦੇ ਵਿੱਚ ਕੈਟਰੀਨਾ ਨੇ ਬਜ਼ੁਰਗ ਨੂੰ ਮਲਕੀਤ ਸਿੰਘ ਮੱਲਣ ਬਾਰੇ ਪੁੱਛਿਆ ਤਾਂ ਬਜ਼ੁਰਗ ਬੋਲਿਆ ਕਿ ਉਹੀ ਮਲਕੀਤ ਸਿੰਘ ਮੱਲਣ ਹੈ। ਕੈਟਰੀਨਾ ਬਜ਼ੁਰਗ ਦੀ ਉਮਰ ਵੱਲ ਵੇਖਦੀ ਹੋਈ ਬਿਆਸ ਹੋ ਕੇ ਹੇਠਾਂ ਵੱਲ ਵੇਖਣ ਲੱਗੀ। ਇਸ ਤਰ੍ਹਾਂ ਹਰ ਰੋਜ਼ ਦੀ ਭੱਜ ਦੌੜ ਤੋਂ ਬਾਅਦ ਸੈਫੀ ਅੱਕ ਚੁੱਕੀ ਸੀ ਤੇ ਰੋਣ ਲੱਗੀ। ਬਜ਼ੁਰਗ ਨੇ ਹਮਦਰਦੀ ਨਾਲ ਰੋਂਦੀ ਸੈਫੀ ਵੱਲ ਵੇਖਿਆ। ਮੇਰੀ ਬੱਚੀ, ਤੈਨੂੰ ਕੀ ਹੋ ਗਿਆ? ਕੀ ਮੈਂ ਤੇਰੀਆਂ ਭਾਵਨਾਵਾਂ ਨੂੰ ਕੋਈ ਠੇਸ ਪਹੁੰਚਾਈ ਹੈ? ਸੈਫੀ ਕਹਿਣ ਲੱਗੀ, ਨਹੀਂ ਸਰ, ਕੋਈ ਗੱਲ ਨਹੀਂ, ਮੈਂ ਵੈਸੇ ਹੀ ਦੁਖੀ ਹਾਂ। ਅਗਾਂਹ ਉਸ ਤੋਂ ਬੋਲਿਆ ਨਾ ਗਿਆ ਤੇ ਬਜ਼ੁਰਗ ਸਮਝ ਗਿਆ ਕਿ ਕੋਈ ਹੋਰ ਗੱਲ ਹੈ ਤੇ ਉਸਨੇ ਪਿਆਰ ਨਾਲ ਸੈਫੀ ਦਾ ਮੋਢਾ ਪਲੋਸਦਿਆਂ ਉਸ ਨੂੰ ਆਪਣੀ ਸਮੱਸਿਆ ਦੱਸਣ ਲਈ ਆਖਿਆ। ਸਰ, ਮੈਂ ਇਸ ਨਾਂ ਦੇ ਵਿਅਕਤੀ ਨੂੰ ਲੱਭਦੀ ਥੱਕ ਚੁੱਕੀ ਹਾਂ, ਕੈਟਰੀਨਾ ਨੇ ਆਖਿਆ। ਉਹ ਕਿਉਂ? ਸੈਫੀ ਨੇ ਆਖਿਆ, ਕਿਉਂਕਿ ਉਹ ਵਿਅਕਤੀ ਮੇਰਾ ਡੈਡ ਹੈ। ਮੈਂ ਉਸ ਨੂੰ ਕਦੇ ਨਹੀਂ ਵੇਖਿਆ, ਬਸ ਉਸ ਨੂੰ ਮਿਲਣ ਦੇ ਵਾਸਤੇ ਬੇਬਸ ਹਾਂ, ਇੱਛੁਕ ਹਾਂ ਤੇ ਸਿਰਫ ਸਾਨੂੰ ਉਸ ਦੇ ਨਾਂ ਦਾ ਪਤਾ ਹੈ ਕਿ ਉਸ ਦਾ ਨਾਮ ਮਲਕੀਤ ਸਿੰਘ ਮੱਲਣ ਹੈ ਤੇ ਉਹ ਪੰਜਾਬੀ ਹੈ।
पर मिस कैटरीना तू तो ਉਹਦੇ ਬਾਰੇ ਜਾਣਦੀ ਹੋਵੇਂਗੀ, ਉਹਦਾ ਥਾਂ ਟਿਕਾਣਾ, ਕੋਈ ਦੋਸਤ ਮਿੱਤਰ। ਕੈਟਰੀਨਾ ਨੇ ਬਜ਼ੁਰਗ ਵੱਲ ਵੇਖਿਆ। ਸਰ, ਇਹ ਮੇਰੇ ਲਈ ਵੀ ਮੁਸ਼ਕਿਲ ਹੈ ਕਿ ਮੈਂ ਉਸ ਨੂੰ ਕਦੇ ਨਹੀਂ ਵੇਖਿਆ। ਇਹ ਕਹਿੰਦਿਆਂ ਕੈਟਰੀਨਾ ਦੀਆਂ ਅੱਖਾਂ ਭਰ ਆਈਆਂ। ਬਜ਼ੁਰਗ ਨੇ ਹੋਰ ਹੀ ਤਰ੍ਹਾਂ ਦੇ ਵੱਲ ਉਸ ਨੂੰ ਵੇਖਿਆ ਤੇ ਅਗਲੇ ਪਲ ਸੋਚਦਾ ਉਹ ਸੰਭਲ ਗਿਆ। ਇਹ ਉਸ ਦੀ ਨਿੱਜੀ ਜ਼ਿੰਦਗੀ ਹੈ, ਮੈਂ ਕੀ ਲੈਣਾ ਇਹਨਾਂ ਗੱਲਾਂ ਤੋਂ, ਇਹ ਮੇਰੀਆਂ ਮਹਿਮਾਨ ਨੇ। ਤੇ ਉਸਨੇ ਗੌਰ ਨਾਲ ਸੈਫੀ ਵੱਲ ਵੇਖਿਆ। ਉਸਦੇ ਕੋਮਲ ਨੈਣ ਨਕਸ਼ ਤੇ ਕਣਕ ਵੰਨੇ ਰੰਗ ਵੱਲ ਵੇਖਦਾ ਉਹ ਭਾਵੁਕ ਹੋਇਆ। ਕੁਝ ਸੋਚਦਿਆਂ ਉਸਨੇ ਗੱਲ ਤੋਰੀ। ਵੇਖੋ, ਉਂਝ ਤਾਂ ਇਸ ਨਾਂ ਦੇ ਬਹੁਤ ਹੋਣਗੇ, ਪਰ ਤੁਸੀਂ ਭਾਲ ਕਰਦੇ ਰਹੋ, ਲੱਗਦਾ ਹੈ ਕਿ ਤੁਹਾਡੀ ਭਾਲ ਛੇਤੀ ਪੂਰੀ ਹੋ ਜੂ, ਇਹ ਮੇਰਾ ਦਿਲ ਕਹਿੰਦਾ ਹੈ। ਬਜ਼ੁਰਗ ਨੇ ਉਸ ਨੂੰ ਆਪਣੇ ਸਿਆਣਪ ਭਰੇ ਤਜਰਬੇ ਦਾ ਹੌਸਲਾ ਦਿੱਤਾ। ਬਸ ਤੁਸੀਂ ਆਪਣਾ ਕੰਮ ਜਾਰੀ ਰੱਖਿਓ, ਕਿਉਂਕਿ ਸਾਡੇ ਧਰਮ 'ਚ ਕਿਹਾ ਜਾਂਦਾ ਹੈ ਕਿ ਲੱਭੇ ਤੋਂ ਰੱਬ ਵੀ ਮਿਲ ਪੈਂਦਾ, ਇਨਸਾਨ ਤੱਕ ਹੀ। ਨਾਲੇ ਮੈਂ ਤੁਹਾਨੂੰ ਇੱਕ ਹੋਰ ਸੁਝਾਅ ਦੇਵਾਂਗਾ ਕਿ ਤੁਸੀਂ ਕੈਨੇਡਾ 'ਚ ਵੀ ਪਤਾ ਕਰੋ। ਸਾਡੇ ਕਈ ਲੋਕ ਕੈਨੇਡਾ ਜਾ ਕੇ ਵੀ ਸੈੱਟ ਹੋ ਜਾਂਦੇ ਨੇ। ਬਜ਼ੁਰਗ ਦੀਆਂ ਗੱਲਾਂ ਸੁਣ ਕੇ ਸੈਫੀ ਤੇ ਕੈਟਰੀਨਾ ਨੂੰ ਧਰਵਾਸ ਮਿਲਿਆ, ਇੱਕ ਨਵਾਂ ਨੁਕਤਾ ਮਿਲਿਆ ਤੇ ਬਜ਼ੁਰਗ ਨੇ ਉਹਨਾਂ ਨੂੰ ਰੋਟੀ ਖਾ ਕੇ ਜਾਣ ਲਈ ਮਨਾ ਲਿਆ। ਖਾਣਾ ਲੱਗ ਗਿਆ। ਖਾਣਾ ਖਾਂਦੇ ਉਹ ਗੱਲਾਂ ਬਾਤਾਂ ਕਰਨ ਲੱਗੇ, ਪੰਜਾਬੀ ਸੁਭਾਅ ਦੀਆਂ ਗੱਲਾਂ। ਬਜ਼ੁਰਗ ਨੇ ਉਹਨਾਂ ਨੂੰ, ਜਦੋਂ ਸੈਫੀ ਨੂੰ ਜ਼ੋਰ ਨਾਲ ਛਿੱਕ ਆਈ, ਬਜ਼ੁਰਗ ਨੇ ਆਖਿਆ, ਗੋਡ ਬਲੈਸ ਯੂ। ਸੈਫੀ ਨੇ ਉਹਦੀ ਬਾਂਹ ਫੜ ਕੇ ਉਸ ਨੂੰ ਸਹਾਰਾ ਦਿੰਦਿਆਂ ਤਾਂ ਉਦੋਂ ਨੂੰ ਸੈਫੀ ਨੇ ਛਿੱਕਾਂ ਦੀ ਝੜੀ ਲਾ ਦਿੱਤੀ। 15-16 ਛਿੱਕਾਂ ਉਸਨੇ ਉੱਪਰੋਂ ਥੱਲੇ ਮਾਰੀਆਂ ਤੇ ਫਿਰ 10-12 ਛਿੱਕਾਂ ਹੋਰ, ਤੇ ਉਦੋਂ ਨੂੰ ਉਸ ਦਾ ਨੱਕ ਵੀ ਵਹਿਣ ਲੱਗਾ। ਸੈਫੀ ਥੋੜ੍ਹੀ ਅਸਹਿਜ ਹੋ ਗਈ ਤੇ ਕੈਟਰੀਨਾ ਉਸ ਨੂੰ ਸੰਭਾਲ ਰਹੀ ਸੀ। ਤੇ ਇਹ ਹਾਲਾਤ ਵੇਖ ਕੇ ਬਜ਼ੁਰਗ ਨੇ ਉਸ ਨੂੰ ਨੈਪਕਿਨ ਫੜਾਉਂਦਿਆਂ ਪੁੱਛਿਆ, ਬੇਟੀ ਤੂੰ ਬਿਮਾਰ ਹੈ, ਕੋਈ ਖਾਸ ਪ੍ਰੋਬਲਮ ਹੈ ਤੈਨੂੰ? ਤੇ ਉਸ ਦੇ ਜਵਾਬ ਦੇ ਵਿੱਚ ਕੈਟਰੀਨਾ ਨੇ ਸੈਫੀ ਦੀਆਂ ਛਿੱਕਾਂ ਦੀ ਸਾਰੀ ਕਹਾਣੀ ਖੋਲ੍ਹ ਦਿੱਤੀ। ਬਜ਼ੁਰਗ ਹੈਰਾਨ ਹੋ ਕੇ ਸੈਫੀ ਵੱਲ ਵੇਖਦਾ ਰਿਹਾ ਤੇ ਉਸਦੇ ਸਿਰ 'ਤੇ ਹੱਥ ਫੇਰਦਾ ਬੋਲਿਆ, ਤੂੰ ਤਾਂ ਕੁਦਰਤ ਦੀ ਧੀ ਹੈ, ਤੇਰੀ ਭਾਲ ਕੁਦਰਤ ਜ਼ਰੂਰ ਪੂਰੀ ਕਰੂਗੀ, ਕਿਉਂਕਿ ਸਾਡਾ ਰੱਬ ਕੁਦਰਤ ਵਿੱਚ ਵੱਸਦਾ ਹੈ। ਕਾਦਰ, ਮੇਰੀ ਗੱਲ ਯਾਦ ਰੱਖੀ, ਕੁਦਰਤ ਹੀ ਤੇਰੀ ਮਦਦ ਕਰੂਗੀ, ਬਸ ਹੌਸਲਾ ਨਾ ਹਾਰੀ। ਬਜ਼ੁਰਗ ਨੇ ਉਸ ਨੂੰ ਬੜੀ ਸਟੀਕ ਤਸੱਲੀ ਦਿੱਤੀ। ਖਾਣਾ ਖਾ ਕੇ ਉਹ ਵਾਪਸ ਮੁੜਨ ਦੇ ਲਈ ਜਦੋਂ ਕਾਰ 'ਚ ਬੈਠੀਆਂ, ਉਦੋਂ ਤੱਕ ਮੀਂਹ ਵੀ ਸ਼ੁਰੂ ਹੋ ਚੁੱਕਾ ਸੀ ਤੇ ਬਜ਼ੁਰਗ ਨੂੰ ਉਹਨਾਂ ਦੀ ਗੱਲ 'ਤੇ ਪੂਰਨ ਵਿਸ਼ਵਾਸ ਹੋ ਗਿਆ। ਏਅਰਪੋਰਟ ਪੁੱਜ ਕੇ ਫਲਾਈਟ ਲੈਂਦੀਆਂ ਉਹ ਵਰਜੀਨੀਆ ਵਾਪਸ ਮੁੜ ਗਈਆਂ। ਹੁਣ ਕੈਟਰੀਨਾ ਨੂੰ ਲੱਗਾ ਕਿ ਬਜ਼ੁਰਗ ਦੀ ਗੱਲ ਮੰਨ ਲਈ ਜਾਵੇ ਤੇ ਭਾਲ ਕੈਨੇਡਾ ਦੇ ਵਿੱਚ ਵੀ ਕੀਤੀ ਜਾਵੇ। ਬਲਕਿ ਉਹਨਾਂ ਨੇ ਆਪਣੀ ਅਗਲੀ ਭਾਲ ਕੈਨੇਡਾ ਤੋਂ ਸ਼ੁਰੂ ਕਰਨ ਦੀ ਸੋਚੀ। ਗਰਮੀ ਦੀਆਂ ਛੁੱਟੀਆਂ ਸੀ, ਉਹ ਕੈਨੇਡਾ ਦੇ ਸ਼ਹਿਰ ਟੋਰਾਂਟੋ ਚਲੀਆਂ ਗਈਆਂ। ਫੋਨ ਬੁੱਕ ਲੈ ਕੇ ਉਹਨਾਂ ਨੇ ਭਾਲ ਸ਼ੁਰੂ ਕੀਤੀ, ਪਰ ਉਹਨਾਂ ਨਾਲ ਉਹੀ ਕੁਝ ਹੋਇਆ ਜੋ ਅਮਰੀਕਾ ਸੀ। ਕਿਤੇ ਬੰਦੇ ਦੀ ਉਮਰ ਛੋਟੀ ਹੁੰਦੀ, ਕਿਤੇ ਬਜ਼ੁਰਗ ਜਾਂ ਕੁਝ ਹੋਰ। ਅਸਲੀ ਬੰਦੇ ਦਾ, ਮਲਕੀਤ ਸਿੰਘ ਮੱਲਣ ਦਾ, ਉਹਨਾਂ ਨੂੰ ਕੋਈ ਥਾਂ ਟਿਕਾਣਾ ਨਾ ਲੱਭਦਾ। ਆਖਰ ਛੁੱਟੀਆਂ ਮੁੱਕ ਗਈਆਂ। ਥੱਕੀਆਂ ਹਾਰੀਆਂ ਮਾਵਾਂ ਧੀਆਂ ਵਾਪਸ ਹੋਟਲ ਆਈਆਂ। ਸੈਫੀ ਹੱਦੋਂ ਵੱਧ ਉਦਾਸ ਸੀ। ਵੇਖ ਮੇਰੀ ਧੀ, ਮੈਂ ਤੇਰੀ ਉਦਾਸੀ ਸਮਝਦੀ ਹਾਂ, ਤੂੰ ਦਿਲ ਨਾ ਛੱਡ। ਨਹੀਂ ਮਾਮ, ਬਸ ਹੁਣ ਹੋਰ ਨਹੀਂ। ਸੈਫੀ ਨਿਰਾਸ਼ ਹੋ ਚੁੱਕੀ ਸੀ। ਸੈਫੀ ਨੇ ਮਾਂ ਦੀ ਗੱਲ ਵਿਚਕਾਰੋਂ ਕੱਟ ਦਿੱਤੀ ਤੇ ਉਸ ਨੂੰ ਇੱਕਦਮ ਗੁੱਸਾ ਚੜ੍ਹਿਆ ਤੇ ਕੁਝ ਪਲ ਉਹ ਭਰੀ ਪੀਤੀ ਖੜੀ ਰਹੀ ਤੇ ਫਿਰ ਮਾਂ ਵੱਲ ਵੇਖਦੀ ਹੋਈ ਬੋਲੀ, ਇਹ ਬਹੁਤ ਮੁਸ਼ਕਿਲ ਹੈ। ਇਸ ਭਰੀ ਦੁਨੀਆ 'ਚੋਂ ਕੀ ਪਤਾ ਮੇਰਾ ਪਿਓ ਕਿੱਥੇ ਬੈਠਾ। ਮੈਂ ਹੋਰ ਭਾਲ ਨਹੀਂ ਕਰਨੀ। ਹੁਣ ਮੈਥੋਂ ਹੋਰ ਤਕਲੀਫ ਨਹੀਂ ਜਰੀ ਜਾਂਦੀ, ਬਸ ਮੈਂ ਐਵੇਂ ਠੀਕ ਹਾਂ। ਤੇ ਫਿਰ ਉਸਨੇ ਆਪਣੀ ਕਾਪੀ ਕੱਢੀ ਤੇ ਸੈਫੀ ਉਸ ਕਾਪੀ ਨੂੰ ਜਦੋਂ ਫਾੜਨ ਲੱਗੀ ਤਾਂ ਕੈਟਰੀਨਾ ਨੇ ਉਸ ਨੂੰ ਰੋਕਿਆ, ਕਿ ਜਿਸ ਦੇ ਵਿੱਚ ਕੈਟਰੀਨਾ ਨੇ ਹੁਣ ਤੱਕ ਦੇ ਮਿਲੇ ਬੰਦਿਆਂ ਬਾਰੇ ਲਿਖਿਆ ਸੀ ਜਾਂ ਕਈ ਹੋਰਾਂ ਦੇ ਪਤੇ ਨੋਟ ਕੀਤੇ ਸਨ। ਸੈਫੀ ਨੇ ਸਭ ਕੁਝ ਫਾੜ ਕੇ ਕੂੜੇ ਦੇ ਢੇਰ ਦੇ ਵਿੱਚ ਮੱਲੋ ਮੱਲੀ ਸੁੱਟ ਦਿੱਤਾ ਤੇ ਫਿਰ ਉਹ ਕੋਲ ਖੜ੍ਹ ਕੇ ਬਾਰੀ ਵੱਲ ਵੇਖਣ ਲੱਗੀ ਤੇ ਕੁਝ ਦੇਰ ਪਿੱਛੋਂ, ਸ਼ਾਂਤ ਹੋਣ ਪਿੱਛੋਂ, ਉਸਨੇ ਮਾਂ ਵੱਲ ਵੇਖਿਆ। ਵੇਖ ਮਾਮ, ਤੈਨੂੰ ਮੇਰੀ ਇੱਕ ਗੱਲ ਮੰਨਣੀ ਪਊ। ਅੱਜ ਤੋਂ ਬਾਅਦ ਆਪਾਂ ਕਦੇ ਇਸ ਵਿਸ਼ੇ 'ਤੇ ਗੱਲ ਨਹੀਂ ਕਰਨੀ, ਬਸ ਇਹ ਕਿੱਸਾ ਇੱਥੇ ਖ਼ਤਮ। ਕੈਟਰੀਨਾ ਸੈਫੀ ਦੀ ਇਸ ਗੱਲ ਬਾਰੇ ਕੁਝ ਨਾ ਬੋਲੀ ਤੇ ਉਹ ਵੇਖ ਰਹੀ ਸੀ ਕਿ ਸੈਫੀ ਮੁੜ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਗਈ। ਉਸਨੇ ਉਸਦੇ ਮੋਢੇ 'ਤੇ ਹੱਥ ਰੱਖਦਿਆਂ ਉਸ ਨੂੰ ਜਾਣ ਲਈ ਤਿਆਰ ਹੋਣ ਵਾਸਤੇ ਆਖਿਆ ਤੇ ਦੁਪਹਿਰ ਟਲੇ ਉਹ ਬੈਗ ਚੁੱਕ ਹੇਠ ਆਈਆਂ ਤੇ ਹੋਟਲ ਦੀ ਵੈਨ ਦੇ ਵਿੱਚ ਬਹਿੰਦੀਆਂ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਟੋਰਾਂਟੋ ਨੂੰ ਚੱਲ ਪਈਆਂ। ਵੈਨ ਨੇ ਉਹਨਾਂ ਨੂੰ ਏਅਰਪੋਰਟ 'ਤੇ ਉਤਾਰ ਦਿੱਤਾ ਤੇ ਉਹ ਆਪਣਾ ਬੈਗ ਧੋਂਦੀਆਂ ਅੰਦਰ ਨੂੰ ਜਾਣ ਲੱਗੀਆਂ ਤੇ ਸਾਹਮਣੇ ਹੀ ਟੈਕਸੀਆਂ ਦੀ ਲਾਈਨ ਲੱਗੀ ਹੋਈ ਸੀ ਜੋ ਆਉਣ ਵਾਲੀਆਂ ਸਵਾਰੀਆਂ ਨੂੰ ਉਡੀਕ ਰਹੇ ਸਨ। ਉਹਨਾਂ ਦੇ ਕੋਲੋਂ ਦੀ ਲੰਘਣ ਲੱਗਿਆ ਸੈਫੀ ਨੂੰ ਜ਼ੋਰ ਨਾਲ ਛਿੱਕ ਆਈ। ਉਹ ਸਮਝ ਗਈ ਕਿ ਹੁਣ ਛਿੱਕਾਂ ਦੀ ਝੜੀ ਲੱਗੂਗੀ ਤੇ ਉਸਨੇ ਬੈਗ ਪਾਸੇ ਰੱਖ ਕੇ ਥੰਮਲੇ ਨੂੰ ਹੱਥ ਪਾ ਲਿਆ। ਹੋਰ ਛਿੱਕਾਂ ਵਾਸਤੇ ਉਹ ਤਿਆਰ ਹੋਣ ਲੱਗੀ ਤੇ ਉਸ ਨੂੰ ਲਗਾਤਾਰ 10-12 ਛਿੱਕਾਂ ਆਈਆਂ। ਉਸਨੇ ਜਰਾ ਕੁ ਸੰਭਲਦਿਆਂ ਨੱਕ ਸਾਫ਼ ਕੀਤਾ ਤੇ ਫਿਰ ਛਿੱਕਾਂ ਫਿਰ ਸ਼ੁਰੂ ਹੋ ਗਈਆਂ। ਇਸ ਵਾਰ ਉਸ ਨੂੰ 18-20 ਛਿੱਕਾਂ ਆਈਆਂ ਤੇ ਉਸ ਦਾ ਸਿਰ ਚਕਰਾ ਗਿਆ ਤੇ ਇੱਧਰ ਉੱਧਰ ਖੜ੍ਹੇ ਲੋਕ ਵੀ ਉਸ ਵੱਲ ਵੇਖਣ ਲੱਗੇ।
ਕੈਟਰੀਨਾ ਉਹਦੇ ਕੋਲ ਆਈ ਤਾਂ ਉਸ ਨੂੰ ਸੰਭਾਲਣ 'ਚ ਮਦਦ ਕਰਨ ਲੱਗੀ। ਨੱਕ ਸਾਫ਼ ਕਰਕੇ ਸੈਫੀ ਨੇ ਮੂੰਹ ਤਾਂ ਚੁੱਕਿਆ ਤੇ ਉਸਦੇ ਕੰਨੀ ਉਸਦੇ ਵਾਂਗ ਹੀ ਕਿਸੇ ਹੋਰ ਦੇ ਉੱਚੀ ਉੱਚੀ ਛਿੱਕਾਂ ਮਾਰਨ ਦੀ ਆਵਾਜ਼ ਸੁਣ ਪਈ। ਕੋਈ ਛਿੱਕਾਂ ਮਾਰਦਾ ਟੈਕਸੀ ਡਰਾਈਵਰ ਆਪਣੀ ਟੈਕਸੀ 'ਚੋਂ ਬਾਹਰ ਆਇਆ ਤੇ ਤਾਕੀ ਨੂੰ ਹੱਥ ਪਾ ਕੇ ਖੜੋ ਗਿਆ। ਸੈਫੀ ਨੇ ਉਸ ਵੱਲ ਨਜ਼ਰਾਂ ਗੱਡੀਆਂ। ਉਹ ਅਜੇ ਪੂਰੀ ਤਰ੍ਹਾਂ ਸੰਭਲਿਆ ਵੀ ਨਹੀਂ ਸੀ ਕਿ ਫਿਰ ਉਸ ਵਿਅਕਤੀ ਦੀਆਂ ਛਿੱਕਾਂ ਸ਼ੁਰੂ ਹੋ ਗਈਆਂ ਤੇ ਲਗਾਤਾਰ ਉਸ ਵਿਅਕਤੀ ਨੇ ਵੀ 20 ਛਿੱਕਾਂ ਮਾਰੀਆਂ। ਫਿਰ ਉਹ ਨੈਪਕਿਨ ਨਾਲ ਮੂੰਹ ਸਾਫ਼ ਕਰਨ ਲੱਗਿਆ ਤੇ ਸੈਫੀ ਟਿਕਟਕੀ ਬੰਨੀ ਉਸ ਵੱਲ ਵੇਖ ਰਹੀ ਸੀ। ਇੰਨੇ ਨੂੰ ਸੈਫੀ ਦੇ ਕੰਨੀ ਪਿੱਛੋਂ ਕਿਸੇ ਟੈਕਸੀ ਡਰਾਈਵਰ ਦੇ ਬੋਲ ਪਏ ਤੇ ਉਹ ਟੈਕਸੀ ਡਰਾਈਵਰ ਹੱਸਦਾ ਹੋਇਆ ਉੱਚੀ ਸਾਰੀ ਬੋਲਿਆ, ਓਏ ਲਓ ਹੁਣ ਮੀਂਹ ਆਇਆ ਸਹੀ, ਮਲਕੀਤ ਨੇ ਮੌਸਮ ਦਾ ਸਿਗਨਲ ਦੇ ਦਿੱਤਾ ਹੈ। ਇਹ ਕੀ? ਸੈਫੀ ਨੇ ਜਿਉਂ ਹੀ ਕਿਸੇ ਦੁਆਰਾ ਬੋਲਿਆ ਗਿਆ ਨਾਮ ਮਲਕੀਤ ਸੁਣਿਆ ਤੇ ਬਾਕੀ ਗੱਲ ਸੁਣੀ ਤੇ ਉਸ ਨੂੰ ਛਿੱਕਾਂ ਮਾਰਨ ਵਾਲੇ ਵੱਲ ਹੋਰ ਦਿਲਚਸਪੀ ਪੈਦਾ ਹੋ ਗਈ। ਉਹ ਡੌਰ ਪਰ ਹੋਈ ਉਸ ਵੱਲ ਵੇਖ ਰਹੀ ਸੀ ਤੇ ਉਹਦੇ ਅੰਦਰ ਇੱਕ ਬਿਜਲੀ ਜਿਹੀ ਕੌਂਦੀ ਤੇ ਉਸਨੇ 2-3 ਕਦਮ ਪੁੱਟਦਿਆਂ ਬਿਲਕੁਲ ਉਸ ਵਿਅਕਤੀ ਦੇ ਜੋ ਕਾਰ ਕੋਲ ਖੜਾ ਛਿੱਕਾਂ ਮਾਰ ਕੇ ਬੇਵੱਸ ਜਿਹਾ ਹੋਇਆ ਸੀ ਉਸ ਦੇ ਸਾਹਮਣੇ ਜਾ ਖੜਾ ਹੋਈ। ਛਿੱਕਾਂ ਮਾਰਨ ਵਾਲਾ ਵੀ ਠਠੰਬਰ ਗਿਆ। ਉਸਨੇ ਮਨ 'ਚ ਸੋਚਿਆ, ਹੈ ਇਹ ਬਿਲਕੁਲ ਮੇਰੀ ਆਪਣੀ ਹੀ ਧੀ ਦੇ ਰੂਪ ਦੇ ਵਿੱਚ ਕੌਣ ਖੜੀ ਹੈ? ਤੇ ਉਸ ਵੱਲ ਧਿਆਨ ਨਾਲ ਵੇਖਦਾ ਸੈਫੀ ਦੇ ਨੇੜੇ ਆ ਗਿਆ ਤੇ ਸੈਫੀ ਮਨ ਹੀ ਮਨ ਉਹਦੇ ਨੈਣ ਨਕਸ਼ ਆਪਣੇ ਚਿਹਰੇ ਨਾਲ ਮਿਲਾਉਣ ਲੱਗੀ। ਅਚਾਨਕ ਸੈਫੀ ਦੇ ਅੰਦਰੋਂ ਆਵਾਜ਼ ਆਈ, ਇਹ ਤਾਂ ਉਹੀ ਹੈ ਮੇਰਾ ਪਿਓ ਜਿਸ ਦੀ ਮੈਂ ਮੁੱਦਤਾਂ ਤੋਂ ਭਾਲ ਕਰ ਰਹੀ ਹਾਂ। ਇਹੀ ਹੈ ਮੇਰਾ ਪਿਓ। ਸੈਫੀ ਨੇ ਬੈਗ ਸੁੱਟਦਿਆਂ ਉਸ ਦੇ ਲੱਕ ਦੁਆਲੇ ਆਪਣੀਆਂ ਬਾਹਾਂ ਵਲ ਲਈਆਂ ਤੇ ਸੈਫੀ ਉੱਚੀ ਉੱਚੀ ਰੋਂਦਿਆਂ ਚੀਖਣ ਲੱਗੀ, ਡੈਡ, ਓ ਮਾਈ ਡੈਡ, ਮੈਂ ਤੈਨੂੰ ਲੱਭਦੀ ਥੱਕ ਚੁੱਕੀ ਹਾਂ। ਪਰ ਉਹ ਆਦਮੀ ਨੇ ਵੀ ਝਿਜਕ ਜਿਹੀ ਮੰਨਦਿਆਂ ਸੈਫੀ ਦੇ ਸਿਰ 'ਤੇ ਮਲਕੜੇ ਜਿਹੇ ਹੱਥ ਫੇਰਿਆ ਤੇ ਉਸ ਨੂੰ ਆਪਣੇ ਸੀਨੇ ਨਾਲ ਲਾ ਲਿਆ ਤੇ ਉਸ ਨੂੰ ਸੈਫੀ ਦੇ ਵਿੱਚੋਂ ਆਪਣੱਤ ਮਹਿਸੂਸ ਹੋਈ। ਇੰਨੇ ਨੂੰ ਕੈਟਰੀਨਾ ਵੀ ਉਸ ਦੇ ਨੇੜੇ ਆਉਂਦੀ ਤੇ ਹੌਲੀ ਜਿਹੇ ਉਸ ਨੂੰ ਮੁਖਾਤਬ ਹੋ ਕੇ ਬੋਲੀ, ਕੀ ਤੂੰ ਮਿਸਟਰ ਮਲਕੀਤ ਸਿੰਘ ਮੱਲਣ ਹੈ? ਤੇ ਉਹ ਵਿਅਕਤੀ ਡੌਰ ਭਰ ਜਾ ਹੋਇਆ ਬੋਲਿਆ, ਹਾਂ ਮੇਰਾ ਹੀ ਨਾਂ ਮਲਕੀਤ ਸਿੰਘ ਮੱਲਣ, ਪਰ ਇਹ ਮੱਲਣ ਨਹੀਂ ਮੱਲਾਂ ਆ ਤੇ ਮੱਲਾ ਮੇਰੇ ਪਿੰਡ ਦਾ ਨਾਂ ਆ ਤੇ ਪਹਿਲਾਂ ਮੇਰੇ ਨਾਂ ਨਾਲ ਮੈਂ ਆਪਣੇ ਪਿੰਡ ਦਾ ਨਾਂ ਲਾਉਂਦਾ ਸੀ, ਮਲਕੀਤ ਸਿੰਘ ਮੱਲਾ ਲਿਖਦਾ ਹੁੰਦਾ ਸੀ, ਪਰ ਕੈਨੇਡਾ ਦਾ ਸਿਟੀਜ਼ਨ ਬਣਨ ਪਿੱਛੋਂ ਮੈਂ ਆਪਣੇ ਨਾਂ ਨਾਲੋਂ ਪਿੰਡ ਦਾ ਨਾਂ ਲਾ ਕੇ ਆਪਣਾ ਗੋਤਰ ਲਗਾ ਲਿਆ। ਹੁਣ ਮੈਂ ਮਲਕੀਤ ਸਿੰਘ ਵਿਰਕ ਹਾਂ। ਪਰ ਤੁਸੀਂ ਕੌਣ? ਮੇਰਾ ਨਾਂ ਕੈਟਰੀਨਾ ਹੈ। ਮੈਂ ਪਹਿਲਾਂ ਇੰਗਲੈਂਡ ਵੱਸਦੀ ਸੀ ਤੇ ਇਹ ਮੇਰੀ ਧੀ ਹੈ ਸੈਫੀ ਤੇ ਇਸ ਦਾ ਜਨਮ ਵਰਜੀਨੀਆ ਦੇ ਫੇਅਰਫੈਕਸ ਸਿਟੀ ਹਸਪਤਾਲ ਦੇ ਸਪਰਮ ਬੈਂਕ ਰਾਹੀਂ ਹੋਇਆ ਤੇ ਇਹ ਬੜੀ ਦੇਰ ਤੋਂ ਆਪਣੇ ਅਸਲੀ ਪਿਓ ਨੂੰ ਲੱਭਦੀ ਫਿਰਦੀ ਸੀ। ਉਹਦੀ ਗੱਲ ਸੁਣਦਿਆਂ ਮਲਕੀਤ ਸਿੰਘ ਵਿਰਕ ਦੇ ਕੰਨ ਭੜਕ ਖੁੱਲ੍ਹ ਗਏ। ਉਸ ਨੂੰ ਯਾਦ ਆਇਆ ਕਿ ਕਿਵੇਂ ਤਕਰੀਬਨ 20 ਸਾਲ ਪਹਿਲਾਂ ਜਦੋਂ ਉਹ ਵਰਜੀਨੀਆ ਰਹਿੰਦਾ ਸੀ, ਇੱਕ ਦਿਨ ਉਹ ਉਸ ਬੀਰਜ ਬੈਂਕ ਦੇ ਵਿੱਚ ਜਾ ਕੇ ਸਪਰਮ ਡੋਨੇਟ ਕਰਕੇ ਆਇਆ ਸੀ ਤੇ ਫਿਰ ਉਹ ਆਪੇ ਨਾਲ ਪਰਤਿਆ ਤੇ ਗਲ ਨਾਲ ਲੱਗੀ ਸੈਫੀ ਵੱਲ ਉਸਨੇ ਵੇਖਿਆ ਤੇ ਉਸਦੇ ਹੰਝੂ ਨਿਕਲ ਆਏ। ਉਹ ਭਰੜਾਈ ਆਵਾਜ਼ ਵਿੱਚ ਬੋਲਿਆ, ਅੱਜ ਇਹਦੀ ਭਾਲ ਮੁੱਕ ਗਈ, ਮੈਂ ਹੀ ਇਸ ਦਾ ਅਸਲੀ ਪਿਓ ਹਾਂ। ਇੰਨਾ ਕਹਿੰਦਿਆਂ ਉਸਨੇ ਸੈਫੀ ਨੂੰ ਆਪਣੇ ਸੀਨੇ ਨਾਲ ਲਾ ਲਿਆ ਤੇ ਸੈਫੀ ਦਾ ਰੋਣ ਹੋਰ ਉੱਚਾ ਹੁੰਦਾ ਗਿਆ ਤੇ ਆਲੇ ਦੁਆਲੇ ਦੇ ਲੋਕ ਇਸ ਸਾਰੇ ਵਰਤਾਰੇ ਨੂੰ ਵੇਖ ਕੇ ਹੈਰਾਨ ਸਨ। ਤੇ ਫਿਰ ਉਸਨੇ ਸੈਫੀ ਦੇ ਸਿਰ ਦੇ ਵਿੱਚ ਵਾਲਾਂ ਦੇ ਵਿੱਚ ਮੋਹ ਨਾਲ ਹੱਥ ਫੇਰਿਆ। ਬਸ ਕਰ ਮੇਰੀ ਕਮਲੀ ਧੀ, ਬਹੁਤ ਰੋ ਲਿਆ, ਚੁੱਪ ਕਰ ਹੁਣ ਤੂੰ ਆਪਣੇ ਪਿਓ ਦੀ ਬੁੱਕਲ 'ਚ ਹੈ। ਆ ਘਰ ਚੱਲੀਏ, ਤੈਨੂੰ ਤੇਰੇ ਦੂਜੇ ਭੈਣ ਭਰਾਵਾਂ ਨਾਲ ਬੁਲਾਵਾਂ। ਫਿਰ ਉਸਨੇ ਕੈਟਰੀਨਾ ਨੂੰ ਇਸ਼ਾਰਾ ਕੀਤਾ ਕਿ ਉਹਨਾਂ ਦਾ ਸਮਾਨ ਉਸਦੀ ਕਾਰ ਦੀ ਡਿੱਗੀ ਦੇ ਵਿੱਚ ਉਹ ਰੱਖ ਲੈਣ ਤੇ ਉਹਨਾਂ ਨੂੰ ਕਾਰ ਦੇ ਵਿੱਚ ਬਿਠਾਉਂਦਿਆਂ ਉਹ ਆਪਣੇ ਘਰ ਵੱਲ ਨੂੰ ਤੁਰਿਆ ਤੇ ਏਅਰਪੋਰਟ 'ਚੋਂ ਨਿਕਲਦਿਆਂ ਹਲਕੀ ਕਿਣ-ਮਿਣ ਸ਼ੁਰੂ ਹੋ ਗਈ ਜੋ ਕਿ ਘਰ ਪਹੁੰਚਣ ਤੱਕ ਮੂਸਲਾਧਾਰ ਮੀਂਹ ਬਣ ਚੁੱਕੀ ਸੀ। ਸੋ ਇਹ ਸੀ ਦੋਸਤੋ ਕਹਾਣੀ ਸਾਹ ਹਰਮਿੰਦਰ ਸਿੰਘ ਚਹਿਲ ਹੋਰਾਂ ਦੀ, ਜੋ ਕਿ ਪ੍ਰਵਾਸੀ ਪੰਜਾਬੀ ਕਹਾਣੀਕਾਰ ਨੇ। ਪਿਛੋਕਾ ਉਹਨਾਂ ਦਾ ਮਾਲਵੇ ਦਾ ਮਾਨਸਾ ਦੇ ਲਾਗੇ ਪਿੰਡ ਆਲਮਪੁਰ ਮੰਦਰਾ। ਉਹ ਚਤਕਾਰੀ ਪੰਜਾਬ ਦੇ ਵਿੱਚ ਰਹੇ ਨੇ। ਬੜਾ ਮੋਹ ਹੈ ਪੰਜਾਬੀ ਜ਼ੁਬਾਨ ਦੇ ਨਾਲ ਉਹਨਾਂ ਨੂੰ, ਪਰ ਜਿਸ ਤਰ੍ਹਾਂ ਉਹਨਾਂ ਨੇ ਇਸ ਕਹਾਣੀ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਖਾਨਦਾਨੀ ਜਾਂ ਖਿੱਤੇ ਦੀਆਂ ਖਾਸੀਅਤਾਂ ਇਹ ਸਾਡੇ 'ਚ ਹੁੰਦੀਆਂ ਨੇ। ਜਿਸ ਤਰ੍ਹਾਂ ਅਮਰੀਕਾ ਕੈਨੇਡਾ 'ਚ ਤੁਸੀਂ ਵੇਖਦੇ ਹੋ ਜਿਹੜੇ ਉੱਥੇ ਰਹਿੰਦੇ ਲੋਕ ਨੇ ਉਹਨਾਂ ਨੂੰ ਕੋਈ ਠੰਡ ਦਾ ਬਹੁਤਾ ਅਸਰ ਨਹੀਂ ਹੁੰਦਾ। ਸਾਡੀ ਜਿਹੜੀ ਪੰਜਾਬੀਆਂ ਦੀ ਦੂਜੀ ਤੀਜੀ ਪੀੜ੍ਹੀ ਆ ਉਹਦੇ 'ਤੇ ਵੀ ਠੰਡ ਦਾ ਅਸਰ ਉਹਨਾਂ ਨਹੀਂ ਹੁੰਦਾ। ਸੋ ਇਹ ਚੀਜ਼ਾਂ ਸਾਡੇ ਸੁਭਾਅ ਸਾਡੇ ਸਰੀਰਾਂ ਮੁਤਾਬਕ ਮਿਲਾਨ ਖਾਂਦੀਆਂ ਨੇ ਤੇ ਆਧੁਨਿਕ ਸਾਇੰਸ ਵੀ ਵਿਗਿਆਨ ਵੀ ਇਸ ਗੱਲ ਦੀ ਸ਼ਾਦੀ ਭਰਦਾ। ਇਹ ਖੋਜ ਕਹਾਣੀ ਵੀ ਉਸੇ ਵਰਤਾਰੇ ਦੀ ਗੱਲ ਆਖਦੀ ਹੈ। ਤੁਸੀਂ ਇਸ ਵਕਤ ਸੁਣ ਰਹੇ ਸੀ ਕਹਾਣੀ ਖੋਜ, ਜਿਸ ਦੇ ਰਚੇਤਾ ਨੇ ਉੱਘੇ ਕਹਾਣੀਕਾਰ
ਸਾਹ ਹਰਮਿੰਦਰ ਸਿੰਘ ਗਿੱਲ। ਇਹ ਕਹਾਣੀ ਤੁਹਾਨੂੰ ਕਿੱਦਾਂ ਲੱਗੀ ਜ਼ਰੂਰ ਇਹਦੇ ਬਾਰੇ ਆਪਣੇ ਵਿਚਾਰ ਕਮੈਂਟ ਦਿਓ ਤੇ ਅੱਗੇ ਵੀ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸ਼ੇਅਰ ਕਰੋ। ਸੁਣਦੇ ਰਹੋ ਟਿਵਾਣਾ ਰੇਡੀਓ, ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ। www.tivanaradio.com ਤੇ ਜਾ ਕੇ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ। ਆਈਫੋਨ ਤੇ ਐਂਡਰਾਇਡ ਐਪਸ ਉੱਥੋਂ ਡਾਊਨਲੋਡ ਕਰ ਸਕਦੇ ਹੋ। ਟਿਵਾਣਾ ਰੇਡੀਓ ਦਾ YouTube ਪੇਜ ਵੀ ਤੁਹਾਨੂੰ ਉੱਥੇ ਮਿਲੇਗਾ। ਮੇਰੇ ਪਰਮਿੰਦਰ ਟਿਵਾਣਾ ਦੇ ਫੇਸਬੁੱਕ ਪੇਜ 'ਤੇ ਵੀ ਇਹ ਪ੍ਰੋਗਰਾਮ ਲਾਈਵ ਕੀਤਾ ਜਾਂਦਾ ਅਤੇ ਟਿਵਾਣਾ ਰੇਡੀਓ 'ਤੇ ਵੀ ਇਹ ਪ੍ਰੋਗਰਾਮ ਲਾਈਵ ਕੀਤਾ ਜਾਂਦਾ ਹੈ। ਤੁਸੀਂ ਅਮਰੀਕਾ ਦੇ ਵਿੱਚ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਵਾਸਤੇ ਕਾਲ ਟੂ ਲਿਸਨ ਨੰਬਰ 667 930 9260 'ਤੇ ਸੰਪਰਕ ਕਰ ਸਕਦੇ ਹੋ। ਮੇਰੇ ਨਾਲ ਕਦੇ ਕੋਈ ਗੱਲ ਕਰਨੀ ਹੋਵੇ ਤਾਂ ਇੰਡੀਆ ਸਟੂਡੀਓ ਦਾ ਨੰਬਰ 98 763 09655 'ਤੇ ਸਾਂਝ ਬਣਾਈ ਜਾ ਸਕਦੀ ਹੈ।